ਕੀ ਹਾਲ ਨੇ ਵੀਰਿਓ। ਅੱਜ ਆਪਾਂ ਗੱਲਬਾਤ ਕਰਨੀ ਆ ਸੌਫਟਵੇਅਰ ਡਿਵੈਲਪਮੈਂਟ ਮੈਥਡੋਲੋਜੀਸ ਦੀ। ਉਪਸ ਓਕੇ, ਹਾਂ ਹੁਣ ਠੀਕ ਆ। ਸੌਫਟਵੇਅਰ ਡਿਵੈਲਪਮੈਂਟ ਮੈਥਡੋਲੋਜੀਸ ਤੇ ਚਲੋ ਗੱਲਬਾਤ ਕਰਦੇ ਹਾਂ। ਬੇਸਿਕਲੀ ਤਰੀਕੇ ਹੁੰਦੇ ਆ ਵੀ ਆਪਾਂ ਕਿੱਦਾਂ ਸੌਫਟਵੇਅਰ ਡਿਜ਼ਾਈਨ ਕਰਨਾ ਥਰੂ ਆਊਟ ਦਾ ਪ੍ਰੋਸੈਸ। ਹੋਲ ਜਿਹੜਾ ਹੁੰਦਾ ਸੌਫਟਵੇਅਰ ਡਿਵੈਲਪਮੈਂਟ ਲਾਈਫ ਸਾਈਕਲ, ਉਹਨੂੰ ਕਿੱਦਾਂ ਹੈਂਡਲ ਕਰਨਾ, ਇਹ ਉਹਦੀਆਂ ਮੈਥਡੋਲੋਜੀਸ ਨੇ। ਚਲੋ ਚੈੱਕ ਕਰਦੇ ਹਾਂ। ਪਹਿਲੀ ਹੈਗੀ ਆਪਣੀ ਬਾਈ ਜੀ ਵਾਟਰਫਾਲ ਮਾਡਲ, ਅਤੇ ਇੱਕ ਹੈਗਾ ਤਰੀਕਾ ਐਜਾਈਲ ਸੌਫਟਵੇਅਰ ਡਿਵੈਲਪਮੈਂਟ, ਜੋ ਕਿ ਰੀਸੈਂਟਲੀ ਕਾਫੀ ਪੋਪੂਲਰ ਆ, ਕਿਉਂਕਿ ਸੌਫਟਵੇਅਰ ਦੀਆਂ ਜਿਹੜੀਆਂ ਜੋ ਵੀ ਜ਼ਿਆਦਾਤਰ ਸੌਫਟਵੇਅਰ ਦੀਆਂ ਰਿਕੁਆਇਰਮੈਂਟਸ ਚੇਂਜ ਹੁੰਦੀਆਂ ਰਹਿੰਦੀਆਂ ਨੇ, ਤਾਂ ਕਰਕੇ ਐਜਾਈਲ ਸੌਫਟਵੇਅਰ ਡਿਵੈਲਪਮੈਂਟ ਆ ਜਿਹੜੀ ਇਹ ਕਾਫੀ ਕਾਮਨ ਹੋ ਗਈ ਅੱਜ ਕੱਲ੍ਹ। ਚਲੋ ਪਹਿਲਾਂ ਆਪਾਂ ਵਾਟਰਫਾਲ ਮਾਡਲ ਦੀ ਗੱਲ ਕਰਦੇ ਹਾਂ। ਅਤੇ ਇਹ ਹੈਗਾ ਜੀ ਇਹਦਾ ਡਿਵੈਲਪਮੈਂਟ ਲਾਈਫ ਸਾਈਕਲ। 5 ਫੇਸਿਸ ਹੁੰਦੇ ਆ ਇਹਦੇ ਵਿੱਚ। ਪਹਿਲੇ 'ਚ ਕਲੈਕਟ ਰਿਕੁਆਇਰਮੈਂਟਸ ਐਂਡ ਐਨਾਲਾਈਜ਼, ਆਰਕੀਟੈਕਚਰ ਡੈਫੀਨੇਸ਼ਨ ਆ, ਇੰਪਲੀਮੈਂਟੇਸ਼ਨ, ਵੈਰੀਫਿਕੇਸ਼ਨ, ਦੈਨ ਮੇਨਟੇਨੈਂਸ। ਚਲੋ ਆਪਾਂ ਇਹਨੂੰ ਬ੍ਰੇਕ ਡਾਊਨ ਕਰਕੇ ਅਗਲੇ ਸਲਾਈਡ ਦੇ ਵਿੱਚ ਗੱਲ ਕਰਦੇ ਹਾਂ। ਓਕੇ, ਸੋ ਪਹਿਲਾ ਫੇਸ ਹੈਗਾ ਵਾਟਰਫਾਲ ਮਾਡਲ ਦਾ, ਹੈਗਾ ਕਲੈਕਟ ਐਂਡ ਐਨਾਲਾਈਜ਼ ਰਿਕੁਆਇਰਮੈਂਟਸ। ਇਹਦੇ 'ਚ ਬੇਸਿਕਲੀ ਆਪਾਂ ਨੇ ਸਟੇਕ ਹੋਲਡਰ ਜਿਹੜੇ ਹੈਗੇ ਆ, ਜਾਂ ਫਿਰ ਕਲਾਇੰਟ ਕਹਿ ਲਓ ਜਾਂ ਓਨਰ ਕਹਿ ਲਓ, ਜਿਨ੍ਹਾਂ ਦਾ ਆਪਾਂ ਸੌਫਟਵੇਅਰ ਬਣਾ ਰਹੇ ਹਾਂ, ਉਹਨਾਂ ਨਾਲ ਗੱਲਬਾਤ ਕਰਕੇ ਆਪਾਂ ਨੇ ਰਿਕੁਆਇਰਮੈਂਟਾਂ ਨੂੰ ਕਲੈਰੀਫਾਈ ਕਰਨਾ ਹੁੰਦਾ ਵੀ ਕੀ ਕਰਨਾ ਕੀ ਹੈ, ਚਾਹੁੰਦੇ ਕੀ ਨੇ ਉਹ ਵੀ ਸੌਫਟਵੇਅਰ 'ਚ ਕੀ ਬਣਾਉਣਾ। ਇਹ ਉਹ ਕਲੈਰੀਫਿਕੇਸ਼ਨ ਲਈ ਇਹ ਫੇਸ ਹੁੰਦਾ। ਆਪਾਂ ਨੇ ਜੋ ਵੀ ਉਹਨਾਂ ਨੂੰ ਚਾਹੀਦਾ ਹੁੰਦਾ ਉਹਨੂੰ ਡਾਕੂਮੈਂਟ ਕਰ ਲੈਣਾ ਹੁੰਦਾ ਚੰਗੀ ਤਰ੍ਹਾਂ, ਡਾਕੂਮੈਂਟ ਥੋਰੋਲੀ, ਤਾਂ ਕਿ ਆਪਾਂ ਨੂੰ ਅੱਗੇ ਡਿਵੈਲਪਮੈਂਟ ਦੇ ਪ੍ਰੋਸੈਸ ਵਿੱਚ ਕੋਈ ਨਵਾਂ ਜਿਹਾ ਨਾ ਕੁਛ ਮਿਲ ਜਾਵੇ ਵੀ ਆਹ ਵੀ ਕਰਨਾ ਸੀਗਾ ਤੁਸੀਂ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਤਾਂ ਕਰਕੇ ਚੰਗੀ ਤਰ੍ਹਾਂ ਇਹਦੇ ਵਿੱਚ ਸਪੈਸ਼ਲੀ ਜਿਹੜਾ ਵਾਟਰਫਾਲ ਆ ਮਾਡਲ, ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਰਿਕੁਆਇਰਮੈਂਟ ਨੂੰ ਪਹਿਲਾਂ ਲਿਖਦੇ ਹਾਂ, ਡਾਕੂਮੈਂਟ ਬਣਾ ਲੈਂਦੇ ਹਾਂ। ਲੋ ਬਾਈ ਜੀ, ਆਪਣਾ ਸੈਕੰਡ ਜਿਹੜਾ ਫੇਸ ਹੈਗਾ ਉਹ ਹੈਗਾ ਆਰਕੀਟੈਕਚਰ ਡੈਫੀਨੇਸ਼ਨ। ਇਹਦੇ ਵਿੱਚ ਆਪਾਂ ਨੇ ਡਿਸਾਈਡ ਕਰਨਾ ਹੁੰਦਾ ਕਿ ਵਾਟ ਪੈਕੇਜਸ ਔਰ ਕੰਪੋਨੈਂਟਸ ਆਰ ਟੂ ਬੀ ਯੂਜ਼ਡ ਫੋਰ ਦਾ ਸਿਸਟਮ, ਵੀ ਆਪਾਂ ਨੇ ਸਿਸਟਮ ਨੂੰ ਕਿਹੜੀਆਂ ਕੰਪੋਨੈਂਟਸ ਜਾਂ ਪੈਕੇਜਸ ਯੂਜ਼ ਕਰਕੇ ਬਣਾਉਣਾ, ਅਤੇ ਉਹਦੇ 'ਚ ਕੀ ਟਾਈਪਸ ਆ ਜਾਂਦੇ ਨੇ ਆਪਣੇ, ਜਿਹੜੇ ਕਿ ਫੰਡਾਮੈਂਟਲ ਟਾਈਪਸ ਹੁੰਦੇ ਨੇ ਕੰਪੋਨੈਂਟਸ ਦੇ। ਆਪਾਂ ਨੇ ਡਿਸਾਈਡ ਕਰਨਾ ਵੀ ਕਿਹੜੇ ਟਾਈਪ ਦੀਆਂ ਕੰਪੋਨੈਂਟ ਯੂਜ਼ ਕਰਨੀਆਂ ਨੇ। ਫਿਰ ਆਪਾਂ ਨੇ ਉਹਦੇ 'ਚ ਇੰਟਰੈਕਸ਼ਨਸ ਦੱਸਣੇ ਹੁੰਦੇ ਆ ਕਿ ਵੀ ਕਿੱਦਾਂ ਕਿੱਦਾਂ ਕੰਪੋਨੈਂਟਸ ਨੇ ਇੰਟਰੈਕਟ ਕਰਨਾ, ਅਤੇ ਆਪਾਂ ਨੇ ਕੋਸ਼ਿਸ਼ ਕਰਨੀ ਹੁੰਦੀ ਹੈ ਵੀ ਸਾਰੀਆਂ ਕੰਪੋਨੈਂਟ ਇੱਦਾਂ ਨਾ ਹੋਵੇ ਕਿ ਜਾਲ ਜਿਹਾ ਬਣ ਜਾਵੇ, ਵੀ ਮੰਨ ਲਓ ਇੱਕ ਕੰਪੋਨੈਂਟ ਇੱਥੇ ਆ ਅਤੇ ਆਹ ਮੰਨ ਲਓ ਜੇ ਕੰਪੋਨੈਂਟਸ ਨੇ ਆਪਣੀਆਂ ਸਿਸਟਮ ਦੀਆਂ ਸਾਰੀਆਂ ਆਪਸ 'ਚ ਇੰਟਰੈਕਟ ਕਰੀ ਜਾਂਦੀਆਂ ਨੇ, ਅਤੇ ਕਿਉਂਕਿ ਜੇ ਜ਼ਿਆਦਾ ਇੰਟਰੈਕਸ਼ਨਸ ਹੋਵੇ ਕੰਪੋਨੈਂਟਸ 'ਚ, ਜੇ ਹਰੇਕ ਕੰਪੋਨੈਂਟ ਨਾਲ ਇੰਟਰੈਕਟ ਕਰੂਗੀ ਤਾਂ ਉਹ ਡਿਪੈਂਡੇਬਲ ਹੋ ਜੂਗੀ ਦੂਸਰੇ 'ਤੇ। ਅਤੇ ਉਹਦੇ ਨਾਲ ਇੱਦਾਂ ਹੁੰਦਾ ਕਿ ਜੇ ਮੰਨ ਲਓ ਆਪਾਂ ਨੇ ਇਹ ਕੰਪੋਨੈਂਟ ਨੂੰ ਚੱਕ ਕੇ ਨਵੇਂ ਸਿਸਟਮ ਦੇ ਵਿੱਚ ਲਾਉਣਾ, ਤਾਂ ਆਪਾਂ ਨੂੰ ਆਹ ਨਾਲ ਦੀਆਂ 3 ਵੀ ਚੱਕਣੀਆਂ ਪੈਣੀਆਂ ਨੇ। ਅਤੇ ਇਹ ਕਲੋਜ਼ਲੀ ਕਪਲਡ ਦਾ ਜਿਹੜਾ ਸੌਫਟਵੇਅਰ, ਇਹ ਅਨਯੂਜ਼ੇਬਲ, ਥੋੜ੍ਹਾ ਜਿਹਾ ਘੱਟ ਯੂਜ਼ੇਬਲ ਹੁੰਦਾ, ਕਿਉਂਕਿ ਇਹ ਐਕਸਟੈਂਸੀਬਿਲਿਟੀ ਲਈ ਬਹੁਤ ਮਾੜਾ, ਜੋ ਕਿ ਆਪਣਾ ਇੱਥੇ ਹੈਗਾ ਪਾਰਟ। ਇਹ ਆਪਾਂ ਜਿਹੜੀ ਆਹ ਕੰਪੋਨੈਂਟ ਆ, ਇਹਨੂੰ ਆਪਾਂ ਕਿਸੇ ਹੋਰ ਸਿਸਟਮ 'ਚ ਨਹੀਂ ਯੂਜ਼ ਕਰ ਸਕਦੇ। ਜੇ ਆਪਾਂ ਹੋਰ 'ਚ ਯੂਜ਼ ਕਰਨਾ ਵੀ ਆ ਤਾਂ ਆਪਾਂ ਨੂੰ ਨਾਲ ਇਹ ਵਾਲੀਆਂ ਕੰਪੋਨੈਂਟਸ ਵੀ ਨਾਲ ਲੈ ਕੇ ਜਾਣੀਆਂ ਨੇ, ਅਤੇ ਇਹ ਮਾੜੀ ਗੱਲ ਹੈ, ਇੱਦਾਂ ਨਹੀਂ ਕਰਨਾ ਚਾਹੀਦਾ। ਅਤੇ ਆਪਾਂ ਨੇ ਪਹਿਲਾਂ ਡਿਸਾਈਡ ਕਰਨਾ ਵੀ ਕਿਹੜੀਆਂ ਕਿਹੜੀਆਂ ਕੰਪੋਨੈਂਟਸ ਯੂਜ਼ ਹੋਣੀਆਂ ਨੇ ਅਤੇ ਉਹਨਾਂ 'ਚ ਇੰਟਰੈਕਸ਼ਨ ਕੀ ਹੋਣੀ ਆ। ਅਤੇ ਫਿਰ ਹੈਗੀ ਆਪਣੀ ਸਿਕਿਉਰਿਟੀ ਦੇ ਆਪਾਂ ਨੇ ਮੈਜਰ ਦੇਖਣੇ ਆ ਵੀ ਕਿਹੜੇ ਕਿਹੜੇ ਆਪਾਂ ਨੇ ਲੈਣੇ ਆ। ਅਤੇ ਫਿਰ ਆਪਣੀ ਪਰਫੋਰਮੈਂਸ ਆ ਗਈ। ਪਰਫੋਰਮੈਂਸ ਵੀ ਜ਼ਰੂਰੀ ਪਾਰਟ, ਆਪਾਂ ਨੇ ਇਹ ਵੀ ਪਹਿਲਾਂ ਡਿਸਾਈਡ ਕਰਨਾ ਹੁੰਦਾ ਕਿ ਪਰਫੋਰਮੈਂਸ ਆਪਣੀ ਕਿੱਦਾਂ ਦੀ ਹੋਣੀ ਚਾਹੀਦੀ ਆ ਅਤੇ ਕਿੱਦਾਂ ਆਪਾਂ ਨੇ ਪਰਫੋਰਮੈਂਸ ਗੇਨ ਕਰਨੀ ਆ। ਫੋਲਟ ਟੋਲਰੈਂਸ ਹੁੰਦਾ ਆਪਣਾ। ਹੁਣ ਆਪਣੇ ਸਿਸਟਮ ਦੇ ਵਿੱਚ ਐਰਰ ਵੀ ਆਉਣੇ ਹੁੰਦੇ ਆ, ਅਤੇ ਆਪਾਂ ਨੇ ਉਹਦਾ ਵੀ ਪਹਿਲਾਂ ਪ੍ਰੋਐਕਟਿਵਲੀ ਡਿਸਾਈਡ ਕਰਨਾ ਹੁੰਦਾ ਕਿ ਫੋਲਟ ਟੋਲਰੈਂਸ ਵੀ ਕਿੱਦਾਂ ਆਪਾਂ ਨੇ ਹੈਂਡਲ ਕਰਨੀ ਆ। ਆਪਣਾ ਸਿਸਟਮ ਜੇ ਐਰਰ ਆ ਜਾਵੇ ਤਾਂ ਵੀ ਸਿਸਟਮ ਨਹੀਂ ਰੁਕਣਾ ਚਾਹੀਦਾ, ਉਹ ਉੱਦਾਂ ਦੇ ਆਪਾਂ ਨੇ ਮੈਜ਼ਰ ਰੱਖਣੇ ਹੁੰਦੇ ਆ ਪਹਿਲਾਂ। ਅਤੇ ਫਿਰ ਰੋਬਸਟਨੈਸ ਆ, ਉਹ ਆਪਣੀ ਹੈਗੀ ਆ ਕਿ ਜਿਹੜਾ ਸਿਸਟਮ ਆ ਉਹ ਐਜ ਕੇਸਿਸ ਨੂੰ ਕਿੱਦਾਂ ਹੈਂਡਲ ਕਰਦਾ। ਉਹ ਵੀ ਚਲੋ ਇੱਕ ਤਰ੍ਹਾਂ ਦੀ ਪਰਫੋਰਮੈਂਸ ਦਾ ਹੀ ਪਾਰਟ ਆ, ਬਟ ਇਹ ਵੀ ਆਪਾਂ ਨੇ ਧਿਆਨ 'ਚ ਰੱਖਣਾ ਹੁੰਦਾ ਆਰਕੀਟੈਕਚਰ ਡੈਫੀਨੇਸ਼ਨ ਵੇਲੇ। ਅਤੇ ਐਕਸਟੈਂਸੀਬਿਲਿਟੀ ਆਪਣੀ ਇਹ ਹੈਗਾ ਕਿ ਆਪਾਂ ਨੇ ਫਿਊਚਰ ਦੇ ਵਿੱਚ ਐਕਸਟੈਂਡ ਕਰਨਾ ਨੂੰ ਸੌਫਟਵੇਅਰ ਨੂੰ, ਕੋਈ ਨਵੀਆਂ ਚੀਜ਼ਾਂ ਐਡ ਕਰਨੀਆਂ ਨੇ, ਉਹ ਚੀਜ਼ ਆਪਾਂ ਨੇ ਧਿਆਨ 'ਚ ਰੱਖ ਕੇ ਪਲਾਨ ਕਰਨੀ ਹੁੰਦੀ ਆ। ਅਤੇ ਜਿਹੜੇ ਆਪਣੇ ਇਹ
2 ਫੇਸਿਸ ਹੈਗੇ ਨੇ ਪਹਿਲੇ, ਉਹ ਪਲੈਨਿੰਗ ਦਾ ਹੀ ਪਾਰਟ ਨੇ, ਇੱਕ ਤਰ੍ਹਾਂ ਕਹਿ ਦਈਏ ਆਪਾਂ ਆਰਕੀਟੈਕਚਰ ਡੈਫੀਨੇਸ਼ਨ, ਅਤੇ ਜਿਹੜਾ ਦੂਸਰਾ ਹੈਗਾ ਕਲੈਕਟ ਐਂਡ ਐਨਾਲਾਈਜ਼ ਰਿਕੁਆਇਰਮੈਂਟਸ ਵਾਲਾ ਫੇਸ, ਇਹ ਸਾਰਾ ਪਲੈਨਿੰਗ ਹੀ ਆ। ਅਤੇ ਉਸ ਤੋਂ ਬਾਅਦ ਆ ਜਾਂਦੀ ਆਪਣੀ ਇੰਪਲੀਮੈਂਟੇਸ਼ਨ, ਜਿਹੜਾ ਕਿ ਨੈਕਸਟ ਫੇਜ਼ ਆ। ਅਤੇ ਇੰਪਲੀਮੈਂਟੇਸ਼ਨ ਦੇ ਵਿੱਚ ਬਸ ਆਹੀ ਆਪਣੀ ਕੋਡਿੰਗ ਹੁੰਦੀ ਆ, ਟੈਸਟਿੰਗ ਹੁੰਦੀ ਆ। ਕੋਡਿੰਗ ਸਾਰਾ ਜੋ ਵੀ ਆਪਾਂ ਨੇ ਪਹਿਲਾਂ ਪਲਾਨ ਕੀਤਾ ਸੀਗਾ ਉਹਨੂੰ ਸਾਰੇ ਨੂੰ ਬਣਾ ਦੇਣਾ, ਇੱਕ ਹੋਲ ਸਿਸਟਮ ਬਣਾ ਦੇਣਾ, ਕੋਡ ਕਰਕੇ ਉਹਨੂੰ ਵਰਕਿੰਗ ਸਿਸਟਮ ਬਣਾ ਦੇਣਾ। ਫਿਰ ਸੇਮ ਟੂ ਸੇਮ ਜਿੱਦਾਂ ਆਪਾਂ ਨੇ ਪਲਾਨ ਕੀਤਾ ਸੀ, ਕੁਛ ਨਵਾਂ ਨਹੀਂ ਐਡ ਕਰਨਾ ਹੈਗਾ। ਵਾਟਰਫਾਲ ਮਾਡਲ ਦਾ ਇਹੀ ਆ ਕਿ ਕੋਈ ਚੇਂਜ ਨਹੀਂ ਹੁੰਦੀ, ਜੋ ਆਪਾਂ ਨੇ ਪਹਿਲਾਂ ਪਲਾਨ ਕੀਤਾ ਉਹੀ ਇੰਪਲੀਮੈਂਟ ਹੁੰਦਾ। ਅਤੇ ਫਿਰ ਆਪਾਂ ਨੇ ਕੋਡਿੰਗ ਕਰਨ ਤੋਂ ਬਾਅਦ ਟੈਸਟਿੰਗ ਵੀ ਕਰਨੀ ਹੁੰਦੀ ਆ। ਚੌਥਾ ਫੇਸ ਆ ਜਾਂਦਾ ਜੀ ਆਪਣਾ ਵੈਰੀਫਿਕੇਸ਼ਨ। ਇਹਦੇ ਵਿੱਚ ਆਪਾਂ ਨੇ ਟੈਸਟਿੰਗ ਕਰਨੀ ਹੁੰਦੀ ਹੈ ਬੇਸਿਕਲੀ ਸਿਸਟਮ ਦੀ। ਆਪਾਂ ਫੰਕਸ਼ਨਲ, ਪਰਫੋਰਮੈਂਸ, ਸਿਕਿਉਰਿਟੀ ਅਤੇ ਯੂਜ਼ੇਬਿਲਿਟੀ, ਇਹ ਸਾਰੀਆਂ ਚੀਜ਼ਾਂ ਟੈਸਟ ਕਰਦੇ ਹਾਂ ਚੰਗੀ ਤਰ੍ਹਾਂ ਸੋਫਟਵੇਅਰ ਦੀਆਂ। ਅਤੇ ਜੇ ਕੋਈ ਆਪਣੇ ਬਗਸ ਵਗੈਰਾ ਹੁੰਦੇ ਆ ਤਾਂ ਆਪਾਂ ਨੇ ਉਹਨਾਂ ਨੂੰ ਲੱਭ ਲੁੱਭ ਕੇ ਚੰਗੀ ਤਰ੍ਹਾਂ ਫਿਕਸ ਵੀ ਕਰਨਾ ਹੁੰਦਾ ਅਤੇ ਰਿਕਾਰਡ ਵੀ ਕਰਨਾ ਹੁੰਦਾ ਕਿ ਜੋ ਵੀ ਬਗ ਆ ਰਹੇ ਆ, ਪ੍ਰੋਬਲਮਸ ਆ ਰਹੀਆਂ ਨੇ। ਅਤੇ ਪੰਜਵਾਂ ਫੇਸ ਹੈਗਾ ਆਪਣਾ ਜੀ ਮੇਨਟੇਨੈਂਸ, ਜਿਹੜਾ ਕਿ ਲਾਸਟ ਫੇਸ ਹੈ। ਅਤੇ ਵਾਟਰਫਾਲ ਮਾਡਲ ਦੇ ਵਿੱਚ ਇੱਕ ਇਹ ਚੀਜ਼ ਜ਼ਰੂਰੀ ਨੋਟਿਸ ਕਰਨ ਵਾਲੀ ਹੈ ਕਿ ਜਿਹੜਾ ਸਿੰਪਲ ਵਾਟਰਫਾਲ ਮਾਡਲ ਆ ਉਹ ਆਪਾਂ ਪਿਛਲੇ ਫੇਸਿਸ 'ਤੇ ਵਾਪਸ ਨਹੀਂ ਜਾ ਸਕਦੇ ਹੈਗੇ। ਆਪਾਂ ਨੇ ਸਿਰਫ ਫੋਲੋ ਕਰਦੇ ਹੋਏ ਪਹਿਲਾਂ ਜਿਹੜੀ ਹੈਗੀ ਆ ਪਲੈਨਿੰਗ ਅਤੇ ਡਾਕੂਮੈਂਟੇਸ਼ਨ ਕਰ ਲਈ, ਫਿਰ ਇੰਪਲੀਮੈਂਟੇਸ਼ਨ ਕਰ ਲਈ, ਵੈਰੀਫਿਕੇਸ਼ਨ ਕਰ ਲਈ, ਅਤੇ ਲਾਸਟ ਫੇਸ ਹੈਗਾ ਮੇਨਟੇਨੈਂਸ। ਇਹਨਾਂ ਦੇ ਵਿੱਚ ਜੇ ਆਪਾਂ ਅਗਲੇ ਫੇਸ 'ਤੇ ਵੱਧ ਗਏ ਤਾਂ ਪਿੱਛੇ ਨਹੀਂ ਮੁੜਨਾ ਹੁੰਦਾ। ਬੇਸਿਕਲੀ ਇਹ ਸਾਰਾ ਆਪਾਂ ਨੇ ਵਾਟਰਫਾਲ ਮਾਡਲ ਡਿਜ਼ਾਇਨ ਇਹ ਇੱਦਾਂ ਦੇ ਸਿਸਟਮ ਲਈ ਆ ਕਿ ਜਿਹਦੇ 'ਚ ਕੋਈ ਚੇਂਜ ਨਹੀਂ ਆਉਣੀ ਹੈਗੀ। ਸਾਰਾ ਕੁਛ ਆਪਾਂ ਨੂੰ ਪਹਿਲਾਂ ਪਤਾ ਵੀ ਕੀ ਕਰਨਾ, ਆਪਾਂ ਨੇ ਸਾਰਾ ਡਾਕੂਮੈਂਟ ਕਰਕੇ, ਪਲਾਨ ਕਰਕੇ, ਅਤੇ ਫਿਰ ਅਗਲੇ ਫੇਸ 'ਤੇ ਵੱਧਦੇ ਜਾਣਾ ਹੁੰਦਾ। ਅਤੇ ਮੇਨਟੇਨੈਂਸ ਫੇਸ ਆ ਜਾਂਦਾ, ਇਹ 'ਚ ਆਪਾਂ ਨੇ ਸਿਰਫ ਇਸ਼ੂਜ਼ ਹੀ ਫਿਕਸ ਕਰਨੇ ਆ, ਕੋਈ ਵੱਡੀਆਂ ਚੇਂਜਸ ਨਹੀਂ ਕਰਨੀਆਂ ਹੈਗੀਆਂ। ਕਿਉਂਕਿ ਆਪਾਂ ਨੇ ਬੇਸਿਕਲੀ ਵਾਟਰਫਾਲ ਮਾਡਲ ਦੇ ਵਿੱਚ ਵਧੀਆ ਡਾਕੂਮੈਂਟੇਸ਼ਨ ਅਤੇ ਪਲੈਨਿੰਗ ਕੀਤੀ ਹੁੰਦੀ ਆ ਆਲਰੇਡੀ, ਅਤੇ ਪਲੈਨਿੰਗ ਦੇ ਅਕੋਰਡਿੰਗ ਹੀ ਆਪਾਂ ਨੇ ਸੋਫਟਵੇਅਰ ਨੂੰ ਡਿਵੈਲਪ ਕਰਨਾ ਹੁੰਦਾ। ਅਤੇ ਮੇਨਟੇਨੈਂਸ ਦੇ ਵਿੱਚ ਆਪਾਂ ਨੇ ਕੁਛ ਖਾਸ ਨਹੀਂ ਕਰਨਾ ਹੁੰਦਾ, ਮਾਈਨਰ ਬੱਗ ਹੁੰਦੇ ਆ ਜਿਹੜੇ ਉਹਨਾਂ ਨੂੰ ਫਿਕਸ ਕਰਨਾ ਹੁੰਦਾ ਬਸ, ਕੋਈ ਨਵੀਂ ਚੇਂਜ ਨਹੀਂ ਇਹ 'ਚ ਲਿਆਉਣੀ ਹੁੰਦੀ ਆਪਾਂ ਨੇ। ਅਤੇ ਹੁਣ ਆਪਾਂ ਗੱਲ ਕਰ ਲਈ ਜੀ ਯੂਜ਼ ਕਿੱਥੇ ਹੁੰਦਾ ਵਾਟਰਫਾਲ ਮਾਡਲ। ਇਹ ਹੁੰਦਾ ਜੀ ਆਪਣਾ ਜਿੱਦਾਂ ਕਿ ਲਾਈਫ ਕੰਟਰੋਲ, ਮੈਡੀਕਲ, ਮਿਲਟਰੀ, ਇੱਦਾਂ ਦੀਆਂ ਐਪਲੀਕੇਸ਼ਨਸ ਦੇ ਵਿੱਚ। ਅਤੇ ਹੁਣ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਚੀਜ਼ ਨੋਟ ਕਰਨ ਵਾਲੀ ਇਹ ਆ ਕਿ ਸਾਰਿਆਂ ਦੇ ਵਿੱਚ ਫਿਕਸਡ ਰਿਕੁਆਇਰਮੈਂਟ ਹੁੰਦੀਆਂ ਨੇ। ਜਿੱਥੇ ਵੀ ਆਪਣੇ ਸੋਫਟਵੇਅਰ ਨੂੰ ਆਪਾਂ ਨੂੰ ਪਤਾ ਵੀ ਪਹਿਲਾਂ ਕੀ ਕਰਨਾ, ਵੀ ਕਿੱਦਾਂ ਦਾ ਸੋਫਟਵੇਅਰ ਚਾਹੀਦਾ, ਕੀ ਫੰਕਸ਼ਨ ਹੋਣੇ ਚਾਹੀਦੇ ਆ, ਆਪਾਂ ਉਹੋ ਜਿਹੀ ਸਿਚੁਏਸ਼ਨ 'ਚ ਵਾਟਰਫਾਲ ਮਾਡਲ ਯੂਜ਼ ਕਰ ਸਕਦੇ ਹਾਂ। ਐਡਵਾਂਟੇਜਸ ਦੇਖੀਏ ਜੀ ਕੀ ਨੇ ਵਾਟਰਫਾਲ ਮਾਡਲ ਦੀਆਂ। ਇਹ ਹੈਗੀਆਂ ਨੇ ਜਿਹੜੀਆਂ ਸਪੈਸੀਫਿਕੇਸ਼ਨ ਅਤੇ ਡਿਜ਼ਾਈਨ ਆ ਉਹ ਆਪਣਾ ਵੈਲ ਡਿਫਾਈਨਡ ਹੁੰਦਾ, ਆਪਾਂ ਨੇ ਚੰਗੀ ਤਰ੍ਹਾਂ ਡਾਕੂਮੈਂਟ ਬਣਾਈ ਹੁੰਦੀ ਆ ਕਿ ਕਿਉਂਕਿ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਸਭ ਕੁਝ ਕਿ ਸੋਫਟਵੇਅਰ ਨਾਲ ਕੀ ਅਚੀਵ ਕਰਨਾ, ਗੋਲ ਕੀ ਨੇ, ਅਤੇ ਉਹਨੂੰ ਕਿਵੇਂ ਕਰਨਾ ਉਹ ਆਪਾਂ ਪਲੈਨਿੰਗ ਦੇ ਵਿੱਚ ਚੰਗੀ ਤਰ੍ਹਾਂ ਡਾਕੂਮੈਂਟ ਕਰ ਲੈਂਦੇ ਹਾਂ। ਅਤੇ ਉਹਨੂੰ ਕਹਿੰਦੇ ਆ ਨੌਲੇਜ ਪ੍ਰੈਜ਼ਰਵੇਸ਼ਨ। ਇਹਦੇ ਨਾਲ ਇੱਦਾਂ ਹੁੰਦਾ ਕਿ ਜੇ ਕੋਈ ਬੰਦਾ ਆਪਣੇ ਡਿਜ਼ਾਈਨਰ ਆ ਜਿਹੜਾ ਸੋਫਟਵੇਅਰ ਦਾ, ਕੋਈ ਸੀਨੀਅਰ ਆਰਕੀਟੈਕਟ ਆ, ਉਹ ਲੀਵ ਕਰ ਦੇਵੇ, ਜੇ ਕੁਇਟ ਕਰ ਦੇਵੇ, ਜਾਂ ਫਿਰ ਕੋਈ ਹੋਰ ਕਿਸੇ ਰੀਜ਼ਨ ਕਰਕੇ ਡੈਥ ਹੋ ਜਾਵੇ ਜਾਂ ਹੋਰ ਕੁਛ ਹੋ ਜਾਵੇ, ਤਾਂ ਸੋਫਟਵੇਅਰ ਡਿਵੈਲਪਮੈਂਟ ਨਹੀਂ ਰੁਕਦੀ। ਤਾਂ ਕੋਈ ਵੀ ਬੰਦਾ ਆ ਕੇ ਨਵਾਂ ਡਾਕੂਮੈਂਟ ਰੀਡ ਕਰਕੇ ਪਤਾ ਕਰ ਸਕਦਾ ਵੀ ਕਿੱਦਾਂ ਸੋਫਟਵੇਅਰ ਡਿਵੈਲਪ ਕੀਤਾ ਜਾਂ ਫਿਰ ਕਰਨਾ। ਅਤੇ ਇਹਦੇ ਵਿੱਚ ਆਪਾਂ ਨੂੰ ਪ੍ਰੋਬਲਮਸ ਵੀ ਅਰਲੀ ਪਤਾ ਲੱਗ ਜਾਂਦੀਆਂ ਨੇ, ਕਿਉਂਕਿ ਜਦੋਂ ਆਪਾਂ ਥੋਰੋ ਡਾਕੂਮੈਂਟੇਸ਼ਨ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਪ੍ਰੋਬਲਮ ਆ ਰਹੀ ਆ। ਅਤੇ ਇੰਪਲੀਮੈਂਟੇਸ਼ਨ ਦੇ ਟਾਈਮ ਫਿਰ ਆਪਾਂ ਨੇ ਬਸ ਫੋਲੋ ਪਲਾਨ ਕਰਨਾ ਹੁੰਦਾ, ਉਹਦੇ ਨਾਲ ਆਪਾਂ ਚੱਲਦੇ ਜਾਂਦੇ ਹਾਂ, ਛੇਤੀ ਪ੍ਰੋਬਲਮਸ ਦਾ ਪਤਾ ਲੱਗ ਜਾਂਦਾ। ਹੁਣ ਵਾਟਰਫਾਲ ਮਾਡਲ ਆ ਜਿਹੜਾ, ਇਹਦੇ ਥੋੜ੍ਹੇ ਜਿਹੇ ਵੇਰੀਐਂਟ ਵੀ ਕੱਢੇ ਗਏ ਨੇ। ਦੇਖੋ ਹੁਣ ਜਿਹੜਾ ਵਾਟਰਫਾਲ ਦੇ ਵਿੱਚ ਆਪਣਾ ਇੱਦਾਂ ਹੁੰਦਾ ਕਿ ਆਪਾਂ ਵਾਪਸ ਨਹੀਂ ਜਾ ਸਕਦੇ ਫੇਸ 'ਤੇ ਕਿਸੇ ਪਿਛਲੇ 'ਤੇ, ਤਾਂ ਕਰਕੇ ਉਹਦੇ ਨਾਲ ਪ੍ਰੋਬਲਮਸ ਬੜੀ ਆਉਂਦੀਆਂ ਨੇ ਕਿ ਮਾੜੀ ਮੋਟੀ ਜੇ ਮੰਨ ਲਓ ਆਪਾਂ ਟੈਸਟਿੰਗ 'ਤੇ ਪਹੁੰਚ ਗਏ ਹਾਂ ਬਟ ਆਪਣੀ ਇੰਪਲੀਮੈਂਟੇਸ਼ਨ ਕੁਝ ਸਹੀ ਨਹੀਂ ਹੋਈ ਹੈਗੀ, ਤਾਂ ਫਿਰ ਆਪਾਂ ਪਿਛਲੇ ਫੇਸ 'ਤੇ ਜਾ ਨਹੀਂ ਸਕਦੇ ਹੁੰਦੇ। ਉਹਦੇ ਕਰਕੇ ਆਪਾਂ ਨੂੰ ਮਾੜੇ ਮੋਟੇ ਮੋਡੀਫਾਈਡ ਵਰਜ਼ਨ ਨੇ ਜਿਹੜੇ ਵਾਟਰਫਾਲ ਮਾਡਲ ਦੇ ਹੋ ਜਾਣ ਦੀ ਆ ਗਏ ਨੇ ਹੋਂਦ 'ਚ, ਉਹ ਆਪਣੇ ਡਿਵੈਲਪ ਹੋ ਗਏ ਨੇ।
ਇੱਕ ਆਪਣਾ ਵੀ ਮਾਡਲ ਆ, ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਜੋ ਵੀ ਚੀਜ਼ ਕਰਦੇ ਹਾਂ, ਜਿੱਦਾਂ ਕਿ ਪਹਿਲਾਂ ਸਿਸਟਮ ਰਿਕੁਆਇਰਮੈਂਟਸ ਤਿਆਰ ਕਰਦੇ ਹਾਂ, ਆਪਾਂ ਨੇ ਧਿਆਨ ਰੱਖਣਾ ਹੁੰਦਾ ਵੀ ਆਪਰੇਸ਼ਨ ਕਿੱਦਾਂ ਚੱਲਣੇ ਆ। ਇਸੇ ਤਰ੍ਹਾਂ ਹਰੇਕ ਆਪਾਂ ਫੇਸ ਦੇ ਉੱਤੇ ਪਹਿਲਾਂ ਹੀ ਪ੍ਰੋਐਕਟਿਵਲੀ ਅੱਗੇ ਵਾਲੀਆਂ ਚੀਜ਼ਾਂ ਸੋਚ ਕੇ ਤਿਆਰ ਕਰਦੇ ਹਾਂ। ਅਤੇ ਜਿੱਦਾਂ ਕਿ ਡਿਟੇਲ ਡਿਜ਼ਾਈਨ ਕਰਨਾ, ਆਪਾਂ ਨਾਲ ਦੀ ਨਾਲ ਯੂਨਿਟ ਟੈਸਟਿੰਗ ਦਾ ਆਪਾਂ ਧਿਆਨ ਰੱਖਦੇ ਹਾਂ ਕਿ ਕਿੱਦਾਂ ਦੇ ਯੂਨਿਟ ਟੈਸਟ ਹੋਣਗੇ। ਪ੍ਰੀਲੀਮਿਨਰੀ ਡਿਜ਼ਾਈਨ ਦੇ ਵਿੱਚ ਆਪਾਂ ਧਿਆਨ ਰੱਖਦੇ ਹਾਂ ਕੰਪੋਨੈਂਟ ਇੰਟੈਗਰੇਸ਼ਨ ਐਂਡ ਟੈਸਟ। ਆਪਾਂ ਨੇ ਇਹਨਾਂ ਦਾ ਧਿਆਨ ਰੱਖਣਾ ਕਿ ਇਹ ਕਿੱਦਾਂ ਕਰਨੇ ਆ, ਕੰਪੋਨੈਂਟ ਇੰਟੈਗਰੇਸ਼ਨ ਕਿੱਦਾਂ ਕਰਨੀ ਆ, ਟੈਸਟ ਉਹਨਾਂ ਦੇ ਟੈਸਟ ਕਿੱਦਾਂ ਕਰਨੇ ਨੇ। ਅਤੇ ਇਹ ਥੋੜ੍ਹੀ ਜਿਹੀ ਓਵਰਕਮ ਕਰਨ ਲਈ, ਸਿਚੁਏਸ਼ਨ ਨੂੰ ਓਵਰਕਮ ਕਰਨ ਲਈ ਡਿਜ਼ਾਈਨ ਕੀਤਾ ਕਿ ਆਪਾਂ ਨੂੰ, ਕਿਉਂਕਿ ਆਪਾਂ ਪਿੱਛੇ ਨਹੀਂ ਜਾ ਸਕਦੇ, ਤਾਂ ਕਰਕੇ ਆਪਾਂ ਪਹਿਲਾਂ ਹੀ ਧਿਆਨ ਰੱਖੀਏ ਵੀ ਅੱਗੇ ਵਾਲੀਆਂ ਚੀਜ਼ਾਂ ਕਿੱਦਾਂ ਕਰਨੀਆਂ ਨੇ, ਕਿ ਆਪਾਂ ਪਹਿਲਾਂ ਹੀ ਧਿਆਨ ਰੱਖੀਏ ਵੀ ਅੱਗੇ ਕੋਈ ਪ੍ਰੋਬਲਮ ਆਊਗੀ ਜਾਂ ਨਹੀਂ ਆਊਗੀ। ਇਹਦਾ ਵੈਸੇ ਜ਼ਿਆਦਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਨਹੀਂ ਹੈਗੀ, ਕਿਉਂਕਿ ਆਪਾਂ ਬੇਸਿਕਲੀ ਜਿਹੜੀ ਮੈਂ ਵੀਡੀਓ ਬਣਾ ਰਿਹਾ ਐਜਾਈਲ, ਮੈਨੂੰ ਲੱਗਦਾ ਕਿ ਐਜਾਈਲ ਡਿਵੈਲਪਮੈਂਟ ਹੀ ਜ਼ਿਆਦਾ ਜ਼ਰੂਰੀ ਆ। ਇਹਨਾਂ ਨੂੰ ਬਾਏ ਦਾ ਵੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਾਟਰਫਾਲ ਮਾਡਲ ਇੱਦਾਂ ਦੇ ਮਾਡਲ ਵੀ ਹੈਗੇ ਆ, ਜੇ ਕਦੇ ਯੂਜ਼ ਕਰਨੇ ਪੈ ਜਾਣ ਤਾਂ ਆਪਾਂ ਡਿਟੇਲ 'ਚ ਪੜ੍ਹ ਸਕਦੇ ਹਾਂ ਇਹਨਾਂ ਨੂੰ। ਇਸੇ ਤਰ੍ਹਾਂ ਇੱਕ ਵਾਟਰਫਾਲ ਮਾਡਲ ਹੈਗਾ ਜੀ ਸਪਾਇਰਲ ਮਾਡਲ। ਇਹਦੇ ਵਿੱਚ ਵੀ ਸਿਮਿਲਰ ਸਟੱਫ ਆ ਕਿ ਆਪਾਂ ਨੇ ਬੇਸਿਕਲੀ ਟੈਸਟਿੰਗ ਨੂੰ ਫੋਕਸ 'ਤੇ ਰੱਖਣਾ ਹੁੰਦਾ, ਰਿਸਕ ਐਨਾਲਿਸਿਸ, ਅਤੇ ਆਪਾਂ ਨੇ ਬੇਸਿਕਲੀ ਟੈਸਟ ਕਰਦੇ ਰਹਿਣਾ ਹੁੰਦਾ ਹਰੇਕ ਚੀਜ਼ ਨੂੰ ਪਹਿਲਾਂ ਜਦੋਂ ਆਪਾਂ ਡਿਵੈਲਪ ਕਰਦੇ ਹਾਂ, ਅਤੇ ਉਸ ਦੇ ਨਾਲ ਫਿਰ ਆਪਣੇ ਪਿੱਛੇ ਜਾਣ ਦੀ ਲੋੜ ਨਹੀਂ ਪੈਂਦੀ ਹੈਗੀ ਕਿਸੇ ਫੇਸ ਤੋਂ। ਫਿਰ ਆ ਜਾਂਦੀ ਜੀ ਆਪਣੀ ਐਜਾਈਲ ਸੌਫਟਵੇਅਰ ਡਿਵੈਲਪਮੈਂਟ, ਜੋ ਕਿ ਆਈ ਬਲੀਵ ਬਹੁਤ ਜ਼ਿਆਦਾ ਯੂਜ਼ ਹੋ ਰਹੀ ਆ ਇੰਡਸਟਰੀ ਦੇ ਵਿੱਚ ਅੱਜ ਕੱਲ੍ਹ, ਅਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਐਜਾਈਲ ਮੈਨੀਫੈਸਟੋ 2001 ਦੇ ਵਿੱਚ ਜਿਹੜੀ ਬਣਾਈ ਗਈ ਸੀਗੀ ਜੀ, ਉਹਦੇ ਗੋਲ ਇਹ ਸੀਗੇ ਕਿ ਆਪਾਂ ਨੇ ਇੰਡੀਵਿਜੂਅਲ ਇੰਟਰੈਕਸ਼ਨਸ ਨੂੰ ਜ਼ਿਆਦਾ ਫੋਕਸ ਦੇਣਾ ਐਜ਼ ਕੰਪੇਅਰ ਟੂ ਪ੍ਰੋਸੈਸਿਸ ਐਂਡ ਟੂਲਸ। ਕਹਿੰਦੇ ਕਿ ਆਪਣਾ ਇਹ ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਸੌਫਟਵੇਅਰ ਕੰਪਨੀ ਨੂੰ ਹਾਇਰ ਕੀਤਾ ਅਤੇ ਉਹਨਾਂ ਨੂੰ ਦੇਤਾ ਜੀ ਆ ਬਸ ਸੌਫਟਵੇਅਰ ਬਣਾ ਕੇ ਦੇ ਦਿਓ, ਅਤੇ ਜਿਹੜਾ ਕਲਾਇੰਟ ਹੁੰਦਾ ਸੀਗਾ ਉਹ ਜ਼ਿਆਦਾ ਆਪਣਾ ਇੰਟਰੈਕਸ਼ਨ ਨਹੀਂ ਦਿੰਦਾ ਸੀਗਾ ਸੌਫਟਵੇਅਰ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚ। ਬਟ ਐਜਾਈਲ ਦੇ ਵਿੱਚ ਇੱਦਾਂ ਕੀਤਾ ਗਿਆ ਕਿ ਕਿਉਂਕਿ ਸੌਫਟਵੇਅਰ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਚੇਂਜ ਹੁੰਦੀਆਂ ਰਹਿੰਦੀਆਂ ਨੇ, ਤਾਂ ਕਰਕੇ ਜਿਹੜਾ ਕਲਾਇੰਟ ਆ ਉਹਨੂੰ ਵੀ ਇੰਟਰੈਕਸ਼ਨ ਕਰਨੀ ਚਾਹੀਦੀ ਆ ਡਿਵੈਲਪਰਸ ਦੇ ਨਾਲ। ਇਸ ਕਰਕੇ ਫਿਰ ਇੰਡੀਵਿਜੂਅਲ ਇੰਟਰੈਕਸ਼ਨਸ ਨੂੰ ਜ਼ਿਆਦਾ ਫੋਕਸ ਦਿੱਤਾ ਜਾਂਦਾ ਐਜਾਈਲ ਮੈਨੀਫੈਸਟੋ ਦੇ ਵਿੱਚ, ਐਜਾਈਲ ਸੌਫਟਵੇਅਰ ਡਿਵੈਲਪਮੈਂਟ ਦੇ ਵਿੱਚ ਸੌਰੀ। ਅਤੇ ਵਰਕਿੰਗ ਸੌਫਟਵੇਅਰ ਕਹਿੰਦੇ ਜ਼ਿਆਦਾ ਇੰਪੋਰਟੈਂਟ ਆ ਡਾਕੂਮੈਂਟੇਸ਼ਨ ਕਰਨ ਨਾਲੋਂ। ਅਤੇ ਇੱਦਾਂ ਕੀਤਾ ਜਾਂਦਾ ਕਿ ਪਹਿਲਾਂ ਬਿਲਕੁਲ ਬੇਸਿਕ ਬੇਅਰ ਬੋਨ ਜਿਹਾ ਸੌਫਟਵੇਅਰ ਬਣਾ ਦਿੱਤਾ ਜਾਂਦਾ, ਅਤੇ ਫਿਰ ਉਹਦੇ ਵਿੱਚ ਫੀਚਰ ਐਡ ਕਰਦੇ ਜਾਈਦਾ, ਅਤੇ ਉਸ ਦੇ ਨਾਲ ਇੱਦਾਂ ਹੁੰਦਾ ਕਿ ਸੌਫਟਵੇਅਰ ਆਪਣਾ ਚੱਲਦਾ ਰਹਿੰਦਾ, ਬਟ ਆਪਣਾ ਡਾਕੂਮੈਂਟੇਸ਼ਨ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਇਹਦੇ ਵਿੱਚ ਐਜ਼ ਕੰਪੇਅਰ ਟੂ ਵਾਟਰਫਾਲ ਮਾਡਲ। ਉਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਪਹਿਲਾਂ ਡਾਕੂਮੈਂਟੇਸ਼ਨ ਕਰਦੇ ਸੀਗੇ, ਅਤੇ ਸਾਰੀ ਡਾਕੂਮੈਂਟੇਸ਼ਨ ਦੇ ਬੇਸ 'ਤੇ ਆਪਾਂ ਸੌਫਟਵੇਅਰ ਤਿਆਰ ਕਰਦੇ ਸੀ। ਬਟ ਐਜਾਈਲ ਦੇ ਵਿੱਚ ਆਪਾਂ ਛੋਟੇ ਛੋਟੇ ਫੀਚਰ ਐਡ ਕਰਦੇ ਰਹੀਦਾ, ਬਟ ਸੌਫਟਵੇਅਰ ਆਪਣਾ ਚੱਲਦਾ ਰਹਿੰਦਾ ਅਤੇ ਫੀਚਰ ਐਡ ਹੋਈ ਜਾਂਦੇ ਆ। ਕਸਟਮਰ ਕੋਲੈਬੋਰੇਸ਼ਨ ਓਵਰ ਕੰਟਰੈਕਟ ਨੈਗੋਸ਼ੀਏਸ਼ਨ, ਇਹ ਕੰਟਰੈਕਟ ਵਾਲੀ ਗੱਲ ਹੋ ਗਈ ਕਿ ਆਪਾਂ ਨੇ ਬਸ ਇੱਕ ਵਾਰੀ ਸੌਫਟਵੇਅਰ ਇੰਜੀਨੀਅਰ ਹਾਇਰ ਕੀਤੇ ਅਤੇ ਉਹਨਾਂ ਨੂੰ ਕਹਿੰਦਾ ਬਸ ਬਣਾ ਦਿਓ, ਅਤੇ ਉਹ ਜੋ ਮਰਜ਼ੀ ਬਣਾਈ ਜਾਣ, ਬਾਅਦ 'ਚ ਉਹਨਾਂ ਦੇ ਗਲਤੀਆਂ ਕੱਢਣ ਤੋਂ ਬੈਟਰ ਆ ਕਿ ਆਪਾਂ ਨਾਲ ਦੀ ਨਾਲ ਉਹਨਾਂ ਨੂੰ ਚੈੱਕ ਕਰਦੇ ਰਹੀਏ ਵੀ ਕੀ ਬਣ ਰਿਹਾ ਆਪਣਾ, ਨਾਲ ਦੀ ਨਾਲ ਟੈਸਟ ਕਰਦੇ ਰਹੀਏ ਸੌਫਟਵੇਅਰ ਨੂੰ। ਅਤੇ ਰਿਸਪੋਂਡਿੰਗ ਟੂ ਚੇਂਜ ਓਵਰ ਫੋਲੋਇੰਗ ਆ ਪਲਾਨ, ਇਹ ਆਪਣਾ ਸੀਗਾ ਕਿ ਆਪਾਂ ਨੇ ਜੋ ਵੀ ਹੈਗੀ ਆ ਸੌਫਟਵੇਅਰ ਦੀ ਰਿਕੁਆਇਰਮੈਂਟ ਉਹ ਚੇਂਜ ਹੁੰਦੀ ਰਹਿੰਦੀ ਆ, ਆਪਾਂ ਉਹਦੇ ਅਕੋਰਡਿੰਗਲੀ ਸੌਫਟਵੇਅਰ ਨੂੰ ਮੋਡੀਫਾਈ ਕਰਦੇ ਰਹਿਣਾ। ਅਤੇ ਜੇ ਕਿਸੇ ਇੱਕ ਪਲਾਨ ਨਹੀਂ ਹੈਗਾ ਆਪਣਾ ਕਿ ਆਹ ਸਾਰੀ ਡਾਕੂਮੈਂਟੇਸ਼ਨ ਬਣਾ ਦਿਓ, ਪਲਾਨ ਕਰ ਲਿਆ ਅਤੇ ਉਹਨੂੰ ਬਸ ਬਣਾ ਦਿਓ ਸੌਫਟਵੇਅਰ ਨੂੰ, ਇੱਦਾਂ ਨਹੀਂ ਹੁੰਦਾ। ਆਪਣਾ ਨਵੇਂ ਫੀਚਰ ਐਡ ਕਰੀ ਜਾਈਦੇ ਆ, ਜਿਹੜੀ ਜ਼ਰੂਰਤ ਹੁੰਦੀ ਹੈ ਰਿਮੂਵ ਕਰੀ ਜਾਈਦੇ ਆ ਅਕੋਰਡਿੰਗ ਟੂ ਦਾ ਚੇਂਜਿਸ। ਜਿਹੜਾ ਜੀ ਐਜਾਈਲ ਡਿਵੈਲਪਮੈਂਟ ਪ੍ਰੋਸੈਸ ਆ, ਉਹਦੇ ਵਿੱਚ ਆਪਣੇ ਸਪ੍ਰਿੰਟਸ ਹੁੰਦੀਆਂ ਨੇ। ਸਪ੍ਰਿੰਟਸ ਬੇਸਿਕਲੀ ਕੀ ਹੁੰਦਾ, ਇੱਕ ਟਾਈਮ ਪੀਰੀਅਡ ਹੁੰਦਾ, ਉਹ ਹੁੰਦਾ ਕਿ 2 ਤੋਂ 4 ਵੀਕਸ ਤੱਕ ਲੌਂਗ ਹੁੰਦਾ, 2 ਵੀਕ ਹੋ ਸਕਦਾ, 3 ਵੀਕ ਹੋ ਸਕਦਾ, ਜਾਂ 4 ਵੀਕ, 1 ਮਹੀਨਾ ਹੋ ਸਕਦਾ। ਅਤੇ ਮੰਨ ਲਓ ਜੇ 2 ਵੀਕ ਦਾ ਆਪਣਾ ਸਪ੍ਰਿੰਟ ਟਾਈਮ ਆ,
ਤਾਂ ਫਿਰ ਉਹਦੇ ਵਿੱਚ ਇੱਦਾਂ ਹੁੰਦਾ ਕਿ ਇਟਰੇਟਿਵ ਪ੍ਰੋਸੈਸ ਹੁੰਦਾ ਕਿ 2-2 ਵੀਕ ਦੇ ਵਿੱਚ ਆਪਾਂ ਨੇ ਸੇਮ ਚੀਜ਼ ਨੂੰ ਦੁਬਾਰਾ ਦੁਬਾਰਾ ਰਿਪੀਟ ਕਰਨਾ ਹੁੰਦਾ। ਉਹੀ ਫੇਸਿਸ ਇਹ ਹੁੰਦੇ ਆ ਕਿ ਆਪਾਂ ਨੇ ਪਲਾਨ ਕਰ ਲਿਆ 2 ਵੀਕ ਦਾ, ਅਤੇ ਫਿਰ 2 ਵੀਕ ਜਾਣ ਦੀ ਇੰਪਲੀਮੈਂਟ ਕਰ ਲਿਆ, ਡੀਬਗਿੰਗ ਕਰ ਲਈ। 2 ਵੀਕ ਦੇ ਵਿੱਚ ਆਪਣਾ ਸੋਫਟਵੇਅਰ ਦਾ ਕੁਝ ਪਾਰਟ ਰੈਡੀ ਹੋ ਜਾਂਦਾ, ਆਪਣੇ ਕੋਲ ਵਰਕਿੰਗ ਸੋਫਟਵੇਅਰ ਹੁੰਦਾ 2 ਵੀਕ ਦੇ ਵਿੱਚ ਅਤੇ ਉਹਨੂੰ ਆਪਾਂ ਨੇ ਫਰਦਰ ਡਿਵੈਲਪ ਕਰਦੇ ਰਹਿਣਾ ਹੁੰਦਾ ਸੇਮ ਇਟਰੇਟਿਵ ਪ੍ਰੋਸੈਸ ਨਾਲ। ਉਹੀ ਚੀਜ਼ਾਂ ਰਿਪੀਟ ਕਰਦਿਆਂ ਰਹਿਣਾ ਹੁੰਦਾ। ਅਤੇ ਇਹਦੇ ਵਿੱਚ ਕੀ ਹੁੰਦਾ ਕਿ ਟੈਸਟਿੰਗ ਟਾਈਟਲੀ ਇੰਟੈਗਰੇਟਿਡ ਹੁੰਦੀ ਆ ਡਿਵੈਲਪਮੈਂਟ ਦੇ ਨਾਲ, ਕਿ 2 ਵੀਕ ਦੇ ਵਿੱਚ ਆਪਾਂ ਨੇ ਪਹਿਲਾਂ ਸੋਫਟਵੇਅਰ ਦਾ ਸਟਰਕਚਰ ਜਿਹਾ ਬਣਾ ਲਿਆ ਅਤੇ ਉਹਨੂੰ ਨਾਲ ਦੀ ਨਾਲ ਟੈਸਟ ਵੀ ਕਰਨਾ। ਉਹ ਸਾਰਾ ਨਾਲ ਦੀ ਨਾਲ ਚੱਲਦਾ ਰਹਿੰਦਾ। ਐਜਾਈਲ ਆ ਜਿਹੜਾ, ਇਹ ਇੱਕ ਥਿੰਕਿੰਗ ਦਾ ਵੇ ਆ, ਮੈਥਡੋਲੋਜੀ ਨਹੀਂ ਹੈਗੀ। ਮੈਥਡੋਲੋਜੀਜ਼ ਨੇ ਜਿਹੜੀਆਂ ਉਹ ਆਪਣੀਆਂ ਹੈਗੀਆਂ ਸਕਰਮ ਅਤੇ ਕਾਨਬਾਨ, ਅਤੇ ਹੋਰ ਵੀ ਹੋਣਗੀਆਂ ਸ਼ਾਇਦ। ਸਕਰਮ ਅਤੇ ਕਾਨਬਾਨ ਨੇ ਜਿਹੜੀਆਂ ਇਹ ਮੈਥਡੋਲੋਜੀਜ਼, ਇਸ ਆਪਣੇ ਐਜਾਈਲ ਪ੍ਰੋਸੈਸ ਦੇ ਬੇਸਡ ਨੇ। ਇਹਨਾਂ ਦੇ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਅਤੇ ਜਿਹੜਾ ਐਜਾਈਲ ਪ੍ਰੋਸੈਸ ਆ, ਇਹ ਕਲਾਇੰਟ ਨੂੰ ਅਲਾਓ ਕਰਦਾ ਕਿ ਉਹ ਪਹਿਲਾਂ ਹੀ ਆਪਣਾ ਸੋਫਟਵੇਅਰ ਟੈਸਟ ਕਰ ਲੈਣ। ਜਿੱਦਾਂ ਕਿ ਮੈਂ ਦੱਸਿਆ ਕਿ 2 ਵੀਕ ਦੇ ਵਿੱਚ ਸੋਫਟਵੇਅਰ ਰੈਡੀ ਹੋ ਜਾਂਦਾ। ਆਪਣੇ ਕਲਾਇੰਟ ਪਹਿਲਾਂ ਹੀ ਚੈੱਕ ਕਰ ਸਕਦਾ ਵੀ ਆਪਾਂ ਨੂੰ ਇੱਦਾਂ ਦਾ ਹੀ ਸੋਫਟਵੇਅਰ ਚਾਹੀਦਾ ਜਾਂ ਫਿਰ ਆਪਾਂ ਨੂੰ ਕੁਝ ਹੋਰ ਚਾਹੀਦਾ। ਅਤੇ ਐਜ਼ ਕੰਪੇਅਰ ਟੂ ਜਿਹੜਾ ਆਪਣੇ ਕੋਲ ਸੀਗਾ ਪਹਿਲਾਂ ਵਾਟਰਫਾਲ ਪ੍ਰੋਸੈਸ, ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਸਾਰੀ ਡਾਕੂਮੈਂਟੇਸ਼ਨ ਕਰੋ, ਪੂਰਾ ਪਲਾਨ ਕਰ ਲਓ ਅਤੇ ਫਿਰ ਡਿਵੈਲਪਮੈਂਟ ਸਟਾਰਟ ਕਰੋ। ਬਟ ਇਹ 'ਚ ਇੱਦਾਂ ਨਹੀਂ ਹੁੰਦਾ। ਇਹ 'ਚ ਆਪਾਂ ਫਸਟ ਸਪ੍ਰਿੰਟ ਦੇ ਵਿੱਚ ਹੀ ਆਪਣੇ ਕੋਲ ਵਰਕਿੰਗ ਸੋਫਟਵੇਅਰ ਰੈਡੀ ਹੁੰਦਾ। ਹੁਣ ਐਜਾਈਲ ਡਿਵੈਲਪਮੈਂਟ ਦੀਆਂ ਐਡਵਾਂਟੇਜਸ ਕੀ ਨੇ ਜੀ? ਇਹ ਅਡੈਪਟਿਵ ਅਪਰੋਚ ਆ। ਜਿੱਦਾਂ ਕਿ ਆਪਣੀਆਂ ਰਿਕੁਆਇਰਮੈਂਟ ਚੇਂਜ ਕਰਦੀਆਂ ਰਹਿੰਦੀਆਂ ਨੇ, ਆਪਾਂ ਉੱਦਾਂ ਅਡੈਪਟ ਹੁੰਦੇ ਰਹਿੰਦੇ ਹਾਂ, ਆਪਾਂ ਉੱਦਾਂ ਦੇ ਨਵੇਂ ਫੀਚਰ ਐਡ ਕਰਦੇ ਰਹਿੰਦੇ ਹਾਂ। ਕਸਟਮਰ ਨਾਲ ਇੰਟਰੈਕਸ਼ਨ ਬਹੁਤ ਜ਼ਿਆਦਾ ਹੁੰਦੀ ਆ, ਇਸ ਕਰਕੇ ਕਸਟਮਰ ਸੈਟਿਸਫਾਈ ਵੀ ਬਹੁਤ ਜ਼ਿਆਦਾ ਹੁੰਦਾ ਜੀ। ਇੱਦਾਂ ਨਹੀਂ ਹੁੰਦਾ ਕਿ ਆਪਣੇ ਕਸਟਮਰ ਨੇ ਦੇਤਾ ਜੀ ਆਹ ਪ੍ਰੋਜੈਕਟ ਆ ਤੁਹਾਡਾ, ਆਹ ਬਣਾ ਦਿਓ ਅਤੇ ਬਣੇ ਤੋਂ ਬਾਅਦ ਫਿਰ ਆਪਾਂ ਦੇਖਾਂਗੇ। ਉਹ ਚੀਜ਼ ਨਹੀਂ ਹੁੰਦੀ। ਕਸਟਮਰ ਨਾਲ ਦੀ ਨਾਲ ਹਰੇਕ ਸਪ੍ਰਿੰਟ ਦੇ ਵਿੱਚ ਇਨਵੋਲਵ ਹੁੰਦਾ ਆਪਣੀ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚ, ਅਤੇ ਆਪਣਾ ਕੋਡ ਵੀ ਘੱਟ ਵੇਸਟ ਹੁੰਦਾ ਉਹੀ ਸੇਮ ਚੀਜ਼ ਕਰਕੇ ਕਿ ਕਸਟਮਰ ਇੰਟਰੈਕਟ ਕਰਦਾ ਰਹਿੰਦਾ। ਆਪਾਂ ਇੱਦਾਂ ਨਹੀਂ ਹੋ ਸਕਦਾ ਕਿ ਆਪਾਂ ਜਮਾਂ ਹੀ ਗਲਤ ਵੇ 'ਤੇ ਨਿਕਲ ਗਏ ਅਤੇ ਕਸਟਮਰ ਕੁਝ ਹੋਰ ਹੀ ਸੋਚੀ ਜਾਂਦਾ ਵੀ ਆਪਣਾ ਆਹ ਬਣ ਰਿਹਾ, ਆਪਾਂ ਕੁਝ ਹੋਰ ਹੀ ਬਣਾਈ ਜਾਂਦੇ ਹਾਂ। ਡਿਸਐਡਵਾਂਟੇਜਸ ਕੀ ਨੇ ਜੀ ਆਪਣੇ ਐਜਾਈਲ ਪ੍ਰੋਸੈਸ ਦੀਆਂ? ਹੈਗੀਆਂ ਜੀ ਇਨਐਕੂਰੇਟ ਐਸਟੀਮੇਟ, ਕਿ ਕਦੇ ਕਦੇ ਇੱਦਾਂ ਹੁੰਦਾ ਕਿ ਆਪਾਂ ਇੰਨਾ ਕੁ ਐਸਟੀਮੇਟ ਲਾ ਲੈਂਦੇ ਹਾਂ ਕਿ ਆਪਣੇ ਜੀ 6 ਮਹੀਨੇ 'ਚ ਸੋਫਟਵੇਅਰ ਬਣ ਜਾਊਗਾ, ਬਟ ਜ਼ਿਆਦਾ ਟਾਈਮ ਵੀ ਲੱਗ ਜਾਂਦਾ। ਅਤੇ ਕੋਲੈਬੋਰੇਸ਼ਨ ਜਿਹੜੀ ਹੈਗੀ ਆ ਉਹ ਟਾਈਮ ਕੰਜ਼ਿਊਮਿੰਗ ਆ। ਆਪਾਂ ਨੇ ਜਿਹੜੀ ਸਪ੍ਰਿੰਟਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਮੀਟਿੰਗਾਂ ਕਰਨੀਆਂ ਹੁੰਦੀਆਂ ਨੇ, ਕੋਲੈਬੋਰੇਟ ਜ਼ਿਆਦਾ ਕਰਨਾ ਹੁੰਦਾ ਕਸਟਮਰ ਨਾਲ, ਅਤੇ ਉਹ ਥੋੜ੍ਹਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੋ ਜਾਂਦਾ। ਅਤੇ ਹੋਰ ਆਪਣੇ ਇਹੀ ਮੀਟਿੰਗਸ ਵਗੈਰਾ ਕਰਕੇ ਹੀ ਸੌਫਟ ਸਕਿੱਲ ਵੀ ਜ਼ਿਆਦਾ ਰਿਕੁਆਇਰਡ ਹੁੰਦੇ ਆ, ਪ੍ਰੈਜੈਂਟੇਸ਼ਨ ਸਕਿੱਲ, ਅਤੇ ਉਹ ਚੀਜ਼ ਵੀ ਹੈਗੀ ਆ, ਡਿਸਐਡਵਾਂਟੇਜ ਐਡ ਹੋ ਜਾਂਦੀ ਆ। ਇਸ਼ੂਜ਼ ਜਿਹੜੇ ਹੈਗੇ ਆਪਣੇ ਉਹ ਬੜੇ ਕੋਜ਼ ਹੁੰਦੇ ਆ ਲੈਕ ਆਫ ਡਾਕੂਮੈਂਟੇਸ਼ਨ ਕਰਕੇ। ਜਿੱਦਾਂ ਕਿ ਆਪਾਂ ਵਾਟਰਫਾਲ ਦੇ ਵਿੱਚ ਬਹੁਤ ਜ਼ਿਆਦਾ ਡਾਕੂਮੈਂਟੇਸ਼ਨ ਕਰਦੇ ਹਾਂ। ਪਹਿਲਾਂ ਆਪਾਂ ਸਾਰੀ ਪਲੈਨਿੰਗ ਕਰਕੇ ਡਾਕੂਮੈਂਟੇਸ਼ਨ ਕਰਦੇ ਹਾਂ ਸੋਫਟਵੇਅਰ ਡਿਵੈਲਪਮੈਂਟ ਕਰਨ ਤੋਂ ਪਹਿਲਾਂ, ਬਟ ਇਹਦੇ ਵਿੱਚ ਆਪਾਂ ਨਾਲ ਦੀ ਨਾਲ ਸੋਫਟਵੇਅਰ ਡਿਵੈਲਪ ਕਰਦੇ ਰਹਿੰਦੇ ਹਾਂ ਅਤੇ ਡਾਕੂਮੈਂਟੇਸ਼ਨ ਨਹੀਂ ਜ਼ਿਆਦਾ ਕਰਦੇ ਹੈਗੇ। ਇਸ ਕਰਕੇ ਜੇ ਕੋਈ ਇੰਪਲੋਈ ਲੀਵ ਕਰਦਾ ਤਾਂ ਬੜੀ ਪ੍ਰੋਬਲਮ ਹੁੰਦੀ ਹੈ। ਹੁਣ ਆਪਾਂ ਦੇਖੀਏ ਜੀ ਐਜਾਈਲ ਪ੍ਰੈਕਟਿਸਿਸ ਨੇ ਜਿਹੜੀਆਂ, ਐਜਾਈਲ ਡਿਵੈਲਪਮੈਂਟ ਪ੍ਰੋਸੈਸ, ਉਹ ਆਪਾਂ ਯੂਜ਼ ਕਿੱਥੇ ਕਰਨਾ? ਆਪਾਂ ਉਹ ਉੱਥੇ ਯੂਜ਼ ਕਰਨਾ ਜਿੱਥੇ ਆਪਣੇ ਕੋਲ ਰਿਕੁਆਇਰਮੈਂਟਸ ਕਲੀਅਰ ਨਹੀਂ ਹੈਗੀਆਂ। ਜਿੱਦਾਂ ਕਿ ਆਪਣੇ ਮੈਡੀਕਲ ਸਿਸਟਮ ਸੀਗੇ, ਆਪਾਂ ਨੂੰ ਜੇ ਮੰਨ ਲਓ ਕੋਈ ਮੈਡੀਕਲ ਡਿਵਾਈਸ ਆ, ਉਹਦੇ 'ਚ ਆਪਾਂ ਨੂੰ ਪਤਾ ਕਿ ਕੀ ਆਪਣੀਆਂ ਰਿਕੁਆਇਰਮੈਂਟਸ ਨੇ, ਕੀ ਫੰਕਸ਼ਨਸ ਆਉਣਗੇ। ਉਹਦੇ 'ਚ ਆਪਾਂ ਵਾਟਰਫਾਲ ਪ੍ਰੋਸੈਸ ਯੂਜ਼ ਕਰਾਂਗੇ। ਹੁਣ ਅਨਕਲੀਅਰ ਰਿਕੁਆਇਰਮੈਂਟਸ ਨੇ, ਜਿੱਦਾਂ ਕਿ ਮੰਨ ਲਓ ਕੋਈ ਐਡੋਬੀ ਦਾ ਸੂਟ ਆ, ਕੋਈ ਐਡੋਬੀ ਦਾ ਫੋਟੋਸ਼ੋਪ ਆ ਮੰਨ ਲਓ, ਅਤੇ ਉਹਦੇ 'ਚ ਆਪਾਂ ਨੂੰ ਪਹਿਲਾਂ ਪਤਾ ਨਹੀਂ, ਜਿੱਦਾਂ ਜਿਹਨੇ ਪਹਿਲਾਂ ਡਿਵੈਲਪ ਕੀਤਾ ਉਹਨੇ ਜਸਟ ਇੱਦਾਂ ਹੀ ਬੇਸਿਕ ਟੂਲ ਬਣਾ ਤਾ ਕਿ ਫੋਟੋਜ਼ ਐਡਿਟ ਕਰ ਲਾਂਗੇ, ਬਟ ਹੁਣ ਉਹਦੇ ਵਿੱਚ ਬਹੁਤ ਕੁਛ ਹੋ ਗਿਆ ਜੀ। ਗ੍ਰਾਫਿਕਸ ਡਿਵੈਲਪਮੈਂਟ ਆ ਗਈ, ਹੋਰ ਪਤਾ ਨਹੀਂ ਕੀ ਲੱਲਾ ਬੱਬਾ ਜਿਹਾ ਬਹੁਤ ਐਡ ਹੋ ਗਿਆ। ਅਤੇ ਜਿੱਥੇ ਆਪਾਂ ਨੂੰ ਕਲਾਇੰਟ ਨੂੰ ਇਨਵੋਲਵ ਕਰਨਾ ਜ਼ਰੂਰੀ ਆ, ਉਹਦੇ 'ਚ ਆਪਾਂ ਐਜਾਈਲ ਪ੍ਰੋਸੈਸ ਯੂਜ਼ ਕਰਾਂਗੇ। ਅਤੇ ਜਿੱਥੇ ਟੈਕਨੋਲੋਜੀ ਅਨਨੋਨ ਆ, ਆਪਾਂ ਨੂੰ ਪਤਾ ਨਹੀਂ ਕਿਹੜੀ ਟੈਕਨੋਲੋਜੀ ਯੂਜ਼ ਕਰਨੀ ਆ, ਆਪਾਂ ਨੇ
ਜਸਟ ਰੈਂਡਮਲੀ ਟਰਾਈ ਕਰਨੀਆਂ ਨੇ ਟੈਕਨੋਲੋਜੀਜ਼, ਉੱਥੇ ਆਪਾਂ ਐਜਾਈਲ ਯੂਜ਼ ਕਰਾਂਗੇ ਤਾਂ ਕਿ ਫਲੈਕਸੀਬਿਲਿਟੀ ਰਹੇ। ਅੱਗੇ ਆਪਾਂ ਨੂੰ ਜੇ ਕੋਈ ਨਵੀਂ ਟੈਕਨੋਲੋਜੀ ਯੂਜ਼ ਕਰਨੀ ਪੈਗੀ ਤਾਂ ਉਹਨੂੰ ਇਨਵੋਲਵ ਕਰ ਸਕੀਏ। ਲਓ ਜੀ, ਆਪਣੀ ਪਹਿਲੀ ਜਿਹੜੀ ਹੈਗੀ ਹੈ ਐਜਾਈਲ ਮੈਥੋਡੋਲੋਜੀ ਉਹ ਹੈਗੀ ਆ ਸਕਰਮ। ਸਕਰਮ ਜਿਹੜਾ ਨੇਮ ਹੈਗਾ ਉਹ ਰਗਬੀ ਗੇਮ ਤੋਂ ਆਇਆ। ਰਗਬੀ ਦੇ ਵਿੱਚ ਜਿਹੜੇ ਜਿੱਦਾਂ ਕਿ ਆਹ ਬੰਦਿਆਂ ਦੀ ਟੀਮ ਆ ਜਿਹੜੀ, ਇਹਨਾਂ ਨੇ ਬਾਹਾਂ 'ਚ ਬਾਹਾਂ ਪਾ ਕੇ ਜੋ ਵੀ ਕਰ ਰਿਹਾ, ਬਾਲ ਕੱਢਣ ਦੀ ਕੋਸ਼ਿਸ਼ ਕਰ ਰਹੇ ਆ, ਇਹਨਾਂ ਦੇ ਝੁੰਡ ਜਿਹਨੂੰ ਸਕਰਮ ਕਹਿੰਦੇ ਆ। ਅਤੇ ਇਹ ਤੋਂ ਨਹੀਂ ਬਣਿਆ ਸਕਰਮ। ਬੇਸਿਕਲੀ ਇਹ ਕੋਲੈਬੋਰੇਸ਼ਨ ਜਿਹੜੀ ਹੈਗੀ ਆ ਉਹਦੇ ਕਰਕੇ ਇਹਦਾ ਨੇਮ ਇੱਥੋਂ ਲਿਆ ਗਿਆ ਕਿ ਰਗਬੀ ਦੇ ਵਿੱਚ ਕੋਲੈਬੋਰੇਟ ਕਰਕੇ ਇਹਨਾਂ ਨੇ ਗੋਲ ਅਚੀਵ ਕਰਨਾ ਹੁੰਦਾ। ਇਸੇ ਤਰ੍ਹਾਂ ਆਪਣੇ ਐਜਾਈਲ ਪ੍ਰੈਕਟਿਸ ਦੇ ਵਿੱਚ ਆਪਾਂ ਨੇ ਛੋਟੀ ਜਿਹੀ ਟੀਮ ਹੁੰਦੀ ਆ ਆਪਣੀ 5 ਤੋਂ 9 ਬੰਦਿਆਂ ਦੀ, ਅਤੇ ਉਹਨਾਂ ਨੇ ਇੱਕ ਗੋਲ ਅਚੀਵ ਕਰਨਾ ਹੁੰਦਾ। ਮੰਨ ਲਓ ਕਿਸੇ ਸੋਫਟਵੇਅਰ ਦਾ ਪਾਰਟ ਡਿਵੈਲਪ ਕਰਨ ਲੱਗਦਾ ਆ ਟੀਮ ਨੂੰ, ਅਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੋਲੈਬੋਰੇਟਿਵ ਵੇ ਨਾਲ ਆਪਣਾ ਸੋਫਟਵੇਅਰ ਬਣਾਉਣਾ ਹੁੰਦਾ। ਅਤੇ ਸ਼ੋਰਟ ਐਕਟੀਵਿਟੀਜ਼ ਬਰਸਟ ਹੁੰਦੀਆਂ ਨੇ ਆਪਣਾ, ਜਿੱਦਾਂ ਕਿ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ, ਸਪ੍ਰਿੰਟਾਂ ਕਹਿੰਦੇ ਆ ਉਹਨਾਂ ਨੂੰ। ਛੋਟਾ ਟਾਈਮ ਪੀਰੀਅਡ ਹੁੰਦਾ 2 ਵੀਕ ਤੋਂ ਲੈ ਕੇ ਮਹੀਨੇ ਕੁ ਤੱਕ ਦਾ, ਅਤੇ ਹਰੇਕ ਸਪ੍ਰਿੰਟ ਦੇ ਵਿੱਚ ਆਪਾਂ ਨੇ ਆਪਣਾ ਪ੍ਰੋਡਕਟ ਰੈਡੀ ਕਰਨਾ ਹੁੰਦਾ, ਅਤੇ ਜੋ ਕਮੀਆਂ ਹੁੰਦੀਆਂ ਨੇ ਉਹ ਅਗਲੀ ਸਪ੍ਰਿੰਟ ਦੇ ਵਿੱਚ ਕੱਢਣੀਆਂ ਹੁੰਦੀਆਂ ਨੇ, ਜਾਂ ਫਿਰ ਨਵੇਂ ਫੀਚਰ ਐਡ ਕਰਨੇ ਹੁੰਦੇ ਆ ਅਗਲੀ ਸਪ੍ਰਿੰਟ ਦੇ ਵਿੱਚ। ਅਤੇ ਹੁਣ ਆਪਾਂ ਸਕਰਮ ਦੇ ਵਿੱਚ ਟੀਮ ਰੋਲਸ ਦੀ ਗੱਲ ਕਰਾਂਗੇ। ਚਲੋ ਓਕੇ ਜੀ, ਪਹਿਲਾ ਟੀਮ ਰੋਲ ਹੈਗਾ ਸਕਰਮ ਦੇ ਵਿੱਚ ਉਹ ਹੈਗਾ ਜੀ ਪ੍ਰੋਡਕਟ ਓਨਰ। ਅਤੇ ਪ੍ਰੋਡਕਟ ਓਨਰ ਦਾ ਕੰਮ ਕੀ ਹੁੰਦਾ ਜੀ, ਇਹ ਰਿਪਰਜੈਂਟ ਕਰਦਾ ਜੀ ਕਸਟਮਰ ਨੂੰ ਜਿਹਨੇ ਸੋਫਟਵੇਅਰ ਬਣਵਾਉਣਾ, ਅਤੇ ਉਹ ਕਸਟਮਰ ਨਾਲ ਕਮਿਊਨੀਕੇਟ ਕਰਦਾ ਰਹਿੰਦਾ ਕਿ ਆਪਣੇ ਜੀ ਟੀਮ ਆਹ ਚੀਜ਼ਾਂ ਕਰ ਰਹੀ ਆ, ਅਤੇ ਆਪਣੀਆਂ ਰਿਕੁਆਇਰਮੈਂਟਸ ਦੇਖੋ ਕਿ ਅਚੀਵ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ। ਉਹ ਪ੍ਰੋਡਕਟ ਓਨਰ ਦਾ ਕੰਮ ਹੁੰਦਾ ਜੀ। ਅਤੇ ਡਾਕੂਮੈਂਟਸ ਵਗੈਰਾ ਨੀਡਸ ਨੇ ਜਿਹੜੀਆਂ ਉਹਨਾਂ ਦੀ ਡਾਕੂਮੈਂਟੇਸ਼ਨ ਕਰਦਾ ਕਿ ਆਪਾਂ ਨੂੰ ਆਹ ਚੀਜ਼ਾਂ ਚਾਹੀਦੀਆਂ ਨੇ। ਇਹ ਕਸਟਮਰ ਨਾਲ ਗੱਲਬਾਤ ਕਰਕੇ ਉਹ ਰੈਡੀ ਕਰ ਲੈਂਦਾ ਡਾਕੂਮੈਂਟਸ ਲਿਸਟ, ਨੀਡਸ ਲਿਸਟ। ਅਤੇ ਪ੍ਰੋਡਕਟ ਦਾ ਬੈਕਲੌਗ ਹੁੰਦਾ ਜਿਹੜਾ ਉਹ ਪ੍ਰੋਡਕਟ ਓਨਰ ਕੋਲ ਹੁੰਦਾ। ਜਿਹੜਾ ਬੈਕਲੌਗ ਹੁੰਦਾ ਉਹ ਕੀ ਹੁੰਦਾ, ਉਹ ਇੱਕ ਤਰ੍ਹਾਂ ਦੀ ਲਿਸਟ ਲਾ ਲਓ ਕਿ ਆਪਣੇ ਲਿਸਟ ਹੁੰਦੀ ਹੈ ਕਿ ਕਿਹੜੇ ਕਿਹੜੇ ਫੀਚਰ ਐਡ ਕਰਾਉਣੇ ਆ ਸੋਫਟਵੇਅਰ ਦੇ ਵਿੱਚ, ਅਤੇ ਉਹਨਾਂ ਨੂੰ ਫੀਚਰਸ ਨੂੰ ਅਚੀਵ ਕਰਨ ਲਈ ਕੀ ਸਟੈਪਸ ਲੈਣੇ ਆ, ਉਹ ਚੀਜ਼ਾਂ ਉਹ ਪ੍ਰੋਡਕਟ ਓਨਰ ਆ ਜਿਹੜਾ ਉਹ ਮੈਨੇਜ ਕਰਦਾ। ਸਕਰਮ ਮਾਸਟਰ ਆ ਜਿਹੜਾ ਇਹ ਟੀਮ ਦਾ ਸੈਕੰਡ ਰੋਲ ਆ, ਅਤੇ ਇਹ ਜਿਹੜਾ ਹੁੰਦਾ ਇਹ ਟੀਮ ਨੂੰ ਕੋਆਰਡੀਨੇਟ ਕਰਦਾ, ਇੱਕ ਤਰ੍ਹਾਂ ਕੋਚ ਦਾ ਕੰਮ ਕਰਦਾ ਟੀਮ ਦੇ ਲਈ। ਅਤੇ ਜੇ ਕਿਸੇ ਟੀਮ ਨੂੰ ਕੋਈ ਵੀ ਚੀਜ਼ ਫੈਸਿਲਿਟੀ ਦੀ ਲੋੜ ਹੁੰਦੀ ਆ ਤਾਂ ਸਕਰਮ ਮਾਸਟਰ ਦਾ ਕੰਮ ਆ ਕਿ ਉਹ ਫੈਸਿਲਿਟੀ ਪ੍ਰੋਵਾਈਡ ਕਰੇ, ਜਿੱਦਾਂ ਕਿ ਕਿਸੇ ਨੂੰ ਕੋਈ ਸੋਫਟਵੇਅਰ ਚਾਹੀਦਾ ਜਾਂ ਕੁਛ ਵੀ ਚਾਹੀਦਾ, ਚਾਹ ਪਾਣੀ ਛੱਡ ਕੇ ਚਾਹ ਪਾਣੀ ਆਪਦਾ ਆਪ ਪੀਣਾ ਹੁੰਦਾ ਉਹਨਾਂ ਨੇ। ਫਿਰ ਹੈਗਾ ਜੀ ਗਾਰਡ ਕਰਨਾ ਉਹਨਾਂ ਨੂੰ, ਜੇ ਮੰਨ ਲਓ ਆਪਣੇ ਜੇ ਕਸਟਮਰ ਕਹਿ ਰਿਹਾ ਕਿ ਤੁਸੀਂ ਫੀਚਰ ਸਹੀ ਨਹੀਂ ਬਣਾ ਰਹੇ ਤਾਂ ਉਹਦਾ ਆਨਸਰ ਸਕਰਮ ਮਾਸਟਰ ਨੇ ਦੇਣਾ ਹੁੰਦਾ, ਕਿਉਂਕਿ ਉਹੀ ਲੀਡ ਕਰ ਰਿਹਾ ਟੀਮ ਨੂੰ, ਅਤੇ ਉਹਨੇ ਦੱਸਣਾ ਹੁੰਦਾ ਕਿ ਕਿੱਦਾਂ ਆਪਾਂ ਗੋਲ ਅਚੀਵ ਕਰਨ ਦੇ ਵੱਲ ਵਧਣਾ। ਅਤੇ ਬਾਕੀ ਸਕਰਮ ਐਕਸਪਰਟ ਵੀ ਉਹ ਹੁੰਦਾ, ਐਡਵਾਈਸ ਜੇ ਕਿਸੇ ਟੀਮ ਮੈਂਬਰ ਨੂੰ ਨਹੀਂ ਪਤਾ ਹੈਗਾ ਵੀ ਸਕਰਮ ਕਿੱਦਾਂ ਕੰਮ ਕਰਦਾ, ਉਹਦੀ ਐਡਵਾਈਸ ਉਹ ਸਕਰਮ ਮਾਸਟਰ ਤੋਂ ਲੈ ਲੈਂਦਾ ਕਿ ਸਕਰਮ ਦੇ ਵਿੱਚ ਇਹ ਚੀਜ਼ ਕਿੱਦਾਂ ਕਰਦੇ ਜੀ। ਕਿ ਮੈਂ ਜੀ ਕਦੇ ਸਕਰਮ ਦੇ ਵਿੱਚ ਟੈਸਟਿੰਗ ਨਹੀਂ ਕੀਤੀ ਹੈਗੀ, ਮੈਂ ਤਾਂ ਪਹਿਲਾਂ ਵਾਟਰਫਾਲ ਮਾਡਲ ਯੂਜ਼ ਕਰਦਾ ਰਿਹਾ, ਅਤੇ ਉਹਨੇ ਪੁੱਛ ਸਕਦਾ ਸਕਰਮ ਮਾਸਟਰ ਨੂੰ ਕਿ ਕਿੱਦਾਂ ਸਕਰਮ ਦੇ ਵਿੱਚ ਟੈਸਟਿੰਗ ਵਗੈਰਾ ਨਾਲ ਚੱਲਦੀ ਹੈ ਡਿਵੈਲਪਮੈਂਟ ਦੇ, ਜਾਂ ਹੋਰ ਵੀ ਜੋ ਸਕਰਮ ਬਾਰੇ ਜੋ ਵੀ ਜਾਣਕਾਰੀ ਹੁੰਦੀ ਆ ਐਕਸਪਰਟ ਕੋਲ, ਉਹ ਸਕਰਮ ਮਾਸਟਰ ਕੋਲ ਹੁੰਦੀ ਆ। ਟੀਮ ਮੈਂਬਰਸ ਹੈਗੇ ਨੇ ਜਿਹੜੀ ਆਪਣੇ ਡਿਵੈਲਪਰ ਜੋ ਥਰਡ ਰੋਲ ਆ, ਅਤੇ ਇਹਨਾਂ ਕੋਲ ਆਪਣੀ ਸਾਰੀ ਅਥੋਰਿਟੀ ਹੁੰਦੀ ਹੈ। ਇਹਨਾਂ ਨੇ ਕੋਡ ਕਿੱਦਾਂ ਲਿਖਣਾ, ਜੋ ਵੀ ਕਰਨਾ ਉਹ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਕਰਨਾ ਕਿ ਆਪਾਂ ਨੇ ਗੋਲ ਅਚੀਵ ਕਰਨਾ ਜਿੱਦਾਂ ਵੀ ਕਰੀਏ। ਅਤੇ ਕੰਪਲੀਟ ਯੂਜ਼ਰ ਸਟੋਰੀਜ਼, ਜਿਹੜੀਆਂ ਯੂਜ਼ਰ ਸਟੋਰੀਜ਼ ਹੁੰਦੀਆਂ ਨੇ ਇਹ ਆਪਣੇ ਡਿਸਕ੍ਰਿਪਸ਼ਨ ਇਹ ਹੁੰਦੀ ਆ, ਜੋ ਕਿ ਫੀਚਰ ਵਗੈਰਾ ਹੁੰਦੇ ਆ, ਡਿਸਕ੍ਰਿਪਸ਼ਨ ਹੁੰਦੀ ਆ ਉਹਨਾਂ ਦੀ ਕਿ ਕਿੱਦਾਂ ਕੰਮ ਕਰਨਾ ਹੈ,
ਫੀਚਰ ਕਿੱਦਾਂ ਕੰਮ ਕਰਦਾ ਹੈ, ਇੱਦਾਂ ਦੀ ਡਿਸਕ੍ਰਿਪਸ਼ਨ ਰਿਕੁਆਇਰਮੈਂਟਸ ਹੁੰਦੀਆਂ ਨੇ। ਅਤੇ ਮੀਟਿੰਗਸ ਵਗੈਰਾ ਟੀਮ ਮੈਂਬਰਸ ਨੇ ਖੁਦ ਔਰਗਨਾਈਜ਼ ਕਰਨੀਆਂ ਹੁੰਦੀਆਂ ਨੇ ਜੇ ਕਿਸੇ ਨਾਲ ਮੀਟ ਕਰਨਾ। ਵੈਸੇ ਤਾਂ ਸਪ੍ਰਿੰਟ ਦੇ ਵਿੱਚ ਵੀ ਮੀਟਿੰਗ ਹੁੰਦੀਆਂ ਨੇ, ਸਭ ਕੁਝ ਉਹਨਾਂ ਨੇ ਆਪ ਔਰਗਨਾਈਜ਼ ਕਰਨਾ ਜੇ ਕਿਸੇ ਟੀਮ ਮੈਂਬਰ ਨੂੰ ਮਿਲਣਾ ਜਾਂ ਕਿਸੇ ਨਾਲ ਕੋਈ ਸਲਾਹ ਲੈਣੀ ਹੈ, ਕੋਲੈਬੋਰੇਟ ਕਰਨਾ। ਅਤੇ ਸਪ੍ਰਿੰਟ ਸਾਈਕਲ ਦੀ ਗੱਲ ਕਰ ਲੈਂਦੇ ਹਾਂ ਜੀ ਆਪਾਂ। ਸਪ੍ਰਿੰਟ ਸਾਈਕਲ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਹੋਣ ਤੋਂ ਸਪ੍ਰਿੰਟ ਦੀ ਪਲੈਨਿੰਗ ਹੁੰਦੀ ਆ, ਫਿਰ ਲਾਰਜ ਪਾਰਟ ਹੁੰਦਾ ਜਿਹੜਾ ਡਿਵੈਲਪਮੈਂਟ ਦਾ ਹੁੰਦਾ, ਅਤੇ ਜਦੋਂ ਸਪ੍ਰਿੰਟ ਪੀਰੀਅਡ ਐਂਡ ਹੋਣ ਵਾਲਾ ਹੁੰਦਾ ਤਾਂ ਰਿਵਿਊ ਕਰਦੇ ਹਾਂ ਆਪਾਂ, ਰੈਟਰੋਸਪੈਕਟਿਵ ਕਰਦੇ ਹਾਂ। ਰਿਵਿਊ ਦੇ ਵਿੱਚ ਕੀ ਹੁੰਦਾ, ਟੀਮ ਆਪਣਾ ਰਿਵਿਊ ਕਰਦੀ ਆ ਜੋ ਵੀ ਬਣਾਇਆ ਉਹਨਾਂ ਨੇ, ਉਹ ਸ਼ੋਅ ਕਰਦੀ ਹੈ ਕਸਟਮਰ ਨੂੰ, ਅਤੇ ਕਸਟਮਰ ਨੇ ਉਹਦਾ ਫੀਡਬੈਕ ਦਿੰਦੇ ਆ ਡਿਵੈਲਪਰਸ ਨੂੰ ਕਿ ਕਿੱਦਾਂ ਵੀ ਠੀਕ ਜਾ ਰਹੇ ਹੋ ਜਾਂ ਕੁਝ ਚੇਂਜ ਚਾਹੀਦੀ ਆ ਉਹਨਾਂ ਨੂੰ। ਉਹ ਰਿਵਿਊ ਦੇ ਵਿੱਚ ਆਪਣੇ ਸਾਹਮਣੇ ਆ ਜਾਂਦੀ ਹੈ। ਰੈਟਰੋਸਪੈਕਟਿਵ ਆ ਜਿਹੜਾ, ਉਹ ਟੀਮ ਦੀ ਪਰਫੋਰਮੈਂਸ ਵਧਾਉਣ ਦਾ ਹੀ ਹੁੰਦਾ। ਇਹ ਟੀਮ ਖੁਦ ਹੀ ਰੈਟਰੋਸਪੈਕਟਿਵ ਕਰਦੀ ਆ, ਡਿਸਕਸ ਕਰਦੀ ਆ ਵੀ ਇਸ ਵਾਲੀ ਸਪ੍ਰਿੰਟ ਦੇ ਵਿੱਚ ਰੋਂਗ ਕੀ ਗਿਆ, ਰਾਈਟ ਕੀ ਗਿਆ, ਅਤੇ ਵੀ ਅਗਲੀ ਸਪ੍ਰਿੰਟ ਦੇ ਲਈ ਇੰਪਰੂਵ ਕਰਨ ਲਈ ਕੀ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਉਹ ਸਾਰਾ ਰੈਟਰੋਸਪੈਕਟਿਵ 'ਚ ਆ ਜਾਂਦਾ। ਇਹ ਹੈਗਾ ਜੀ ਆਪਣਾ ਸਪ੍ਰਿੰਟ ਸਾਈਕਲ। ਲਓ ਜੀ, ਆਪਾਂ ਸਪ੍ਰਿੰਟ ਦੀ ਪਲੈਨਿੰਗ ਦੀ ਗੱਲ ਕਰਦੇ ਹਾਂ, ਜੋ ਕਿ ਸਕ੍ਰਮ ਮੈਥਡੋਲੋਜੀ 'ਚ ਆਪਣੇ ਸਪ੍ਰਿੰਟਸ ਯੂਜ਼ ਹੁੰਦੀਆਂ ਨੇ। ਆਪਣਾ ਕੁਛ ਵੀਕ ਦਾ ਟਾਈਮ ਪੀਰੀਅਡ ਹੁੰਦਾ ਕਿ ਆਪਾਂ ਨੇ ਇਸ ਵੀਕ ਦੇ ਵਿੱਚ ਆਹ ਚੀਜ਼ ਕਰਨੀ ਆ, ਉਹ ਆਪਣੇ ਗੋਲ ਸੈੱਟ ਕਰਨੇ ਹੁੰਦੇ ਆ ਸਪ੍ਰਿੰਟ ਪਲੈਨਿੰਗ ਦੇ ਵਿੱਚ। ਪ੍ਰੋਡਕਟ ਓਨਰ ਆ ਜਿਹੜਾ, ਉਹ ਆਪਣੇ ਗੋਲਸ ਦੀ ਲਿਸਟ ਰੈਡੀ ਕਰਦਾ। ਆਪਣੇ ਫੀਚਰ ਹੁੰਦੇ ਆ ਜਿਹੜੇ, ਪ੍ਰਾਇਓਰਟਾਈਜ਼ਡ ਲਿਸਟ ਆਫ ਯੂਜ਼ਰ ਸਟੋਰੀਜ਼ ਹੁੰਦੀਆਂ ਨੇ, ਉਹਨਾਂ ਨੂੰ ਰੈਡੀ ਕਰਦਾ ਕਿ ਯੂਜ਼ਰ ਸਟੋਰੀਜ਼ ਬੇਸਿਕਲੀ ਫੀਚਰ ਹੀ ਹੁੰਦੇ ਆ। ਉਹ ਆਪਣੇ ਡਿਸਾਈਡ ਕਰਦੇ ਆ ਕਿ ਆਹ ਸਪ੍ਰਿੰਟ ਦੇ ਵਿੱਚ ਆਹ ਫੀਚਰ ਨੇ ਜਿਹੜੇ ਇਹ ਪ੍ਰਾਇਓਰਿਟੀ ਨੇ, ਅਤੇ ਇਹਨਾਂ ਨੂੰ ਆਪਾਂ ਨੇ ਕੰਪਲੀਟ ਕਰਨਾ ਹੈ ਇਸ ਸਪ੍ਰਿੰਟ ਦੇ ਵਿੱਚ। ਅਤੇ ਕੋਲੈਬੋਰੇਟਿਵ ਪ੍ਰੋਸੈਸ ਆ ਜਿਹੜਾ ਸਪ੍ਰਿੰਟ ਪਲੈਨਿੰਗ ਦਾ, ਟੀਮ ਮੈਂਬਰ ਨੇ ਜਾਂ ਫਿਰ ਜਿਹੜਾ ਸਕ੍ਰਮ ਮਾਸਟਰ ਆ, ਉਹ ਪ੍ਰੋਡਕਟ ਓਨਰ ਨੂੰ ਕੁਐਸ਼ਚਨਸ ਆਸਕ ਕਰ ਸਕਦੇ ਆ ਵੀ ਸਾਨੂੰ ਆਹ ਫੀਚਰ ਚੰਗੀ ਤਰ੍ਹਾਂ ਸਮਝਾਓ, ਕਿ ਡਿਸਕ੍ਰਿਪਸ਼ਨ ਦਿਓ ਇਹਦੀ ਵੀ ਕਿੱਦਾਂ ਇਹ ਕਰਨਾ ਅਤੇ ਕੀ ਆਊਟਕਮ ਹੋਣੀ ਚਾਹੀਦੀ ਹੈ, ਫੀਚਰ ਦਾ ਕੀ ਫੰਕਸ਼ਨਸ ਨੇ। ਅਤੇ ਸਪ੍ਰਿੰਟ ਐਸਟੀਮੇਸ਼ਨ ਹੁੰਦੀ ਹੈ ਜੀ ਸਪ੍ਰਿੰਟ ਪਲੈਨਿੰਗ ਦੇ ਵਿੱਚ। ਡੀਕੰਪੋਜ਼ ਕਰਦੇ ਹਾਂ ਆਪਾਂ, ਜਿਹੜੇ ਫੀਚਰ ਹੁੰਦੇ ਆ, ਯੂਜ਼ਰ ਸਟੋਰੀਜ਼ ਹੁੰਦੀਆਂ ਨੇ, ਉਹਨਾਂ ਨੂੰ ਡੀਕੰਪੋਜ਼ ਕਰੀਦਾ। ਬੈਕਲੌਗ ਆਈਟਮਸ ਨੂੰ ਬ੍ਰੇਕ ਕਰਕੇ ਛੋਟੀਆਂ ਟਾਸਕ ਬਣਾ ਲਈਦਾ। ਟਾਸਕ ਹੁੰਦੀ ਹੈ ਜਿਹੜੀ ਸਮੋਲੈਸਟ ਯੂਨਿਟ ਆਫ ਵਰਕ ਹੁੰਦੀ ਆ, ਅਤੇ ਉਹਨਾਂ ਟਾਸਕ ਨੂੰ ਅਚੀਵ ਕਰਦੇ ਕਰਦੇ ਆਪਾਂ ਬੈਕਲੌਗ ਆਈਟਮਸ ਨੂੰ ਚੈੱਕ ਕਰਦੇ ਹਾਂ। ਅਤੇ ਸਪ੍ਰਿੰਟ ਜਿਹੜਾ ਬੈਕਲੌਗ ਆ, ਉਹ ਆਪਣੇ ਸਪ੍ਰਿੰਟ ਜਦੋਂ ਪਲੈਨਿੰਗ ਕਰਦੇ ਹਾਂ ਉਦੋਂ ਹੀ ਰੈਡੀ ਕੀਤਾ ਜਾਂਦਾ, ਅਤੇ ਬਾਅਦ 'ਚ ਉਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਜਿਹੜਾ ਆਪਾਂ ਨੇ ਸਪ੍ਰਿੰਟ ਬੈਕਲੌਗ ਆਪਾਂ ਨੇ ਡਿਸਾਈਡ ਕੀਤਾ ਵੀ ਇਹ ਫੀਚਰ ਐਡ ਕਰਨੇ ਆ, ਤਾਂ ਉਹ ਐਡ ਕਰਨੇ ਹੀ ਕਰਨੇ ਆ, ਨਹੀਂ ਫਿਰ ਚਲੋ ਐਂਡ 'ਤੇ ਰਿਵਿਊ ਦੇਖਦੇ ਹੁੰਦੇ ਆ ਕਿ ਕੀ ਪ੍ਰੋਬਲਮ ਕੀ ਰਹੀ ਹੈ। ਓਕੇ, ਡੇਲੀ ਸਕ੍ਰਮ ਜਿਹੜੀਆਂ ਮੀਟਿੰਗ ਹੁੰਦੀਆਂ ਨੇ ਆਪਣੀਆਂ, ਹਰ ਰੋਜ਼ ਮੀਟਿੰਗਾਂ ਹੁੰਦੀਆਂ ਨੇ। ਬਿਲਕੁਲ ਛੋਟੀਆਂ ਛੋਟੀਆਂ ਮੀਟਿੰਗਸ ਹੁੰਦੀਆਂ ਨੇ, ਲੈਸ ਦੈਨ 20 ਮਿੰਟਸ, ਅਤੇ ਉਹਨਾਂ ਦੇ ਵਿੱਚ ਬੇਸਿਕਲੀ ਸਾਰੇ ਮੈਂਬਰ ਆ ਉਹ ਖੜ੍ਹੇ ਹੀ ਰਹਿੰਦੇ ਆ। ਬਾਹਲਾ ਕਿਸੇ ਕੋਲ ਟਾਈਮ ਨਹੀਂ ਹੁੰਦਾ, ਕਿਸੇ ਨੇ ਬੈਠ ਕੇ ਐਵੇਂ ਟਾਈਮ ਪਾਸ ਨਹੀਂ ਕਰਨਾ ਹੁੰਦਾ। ਬੇਸਿਕਲੀ ਕੁਐਸਚਨ ਪੁੱਛਦੇ ਹਾਂ ਆਪਾਂ ਕਿ ਯੈਸਟਰਡੇ ਕੀ ਕੰਮ ਕੀਤਾ, ਕੱਲ੍ਹ ਕੀ ਕੀਤਾ, ਅਤੇ ਅੱਜ ਕੀ ਕਰਨਾ, ਅਤੇ ਕੋਈ ਇਸ਼ੂਜ਼ ਸੀਗੇ ਜਾਂ ਫਿਰ ਕੋਈ ਬਲੋਕਰ ਸੀਗੇ। ਜੇ ਕੋਈ ਪ੍ਰੋਬਲਮਸ ਨੇ ਤਾਂ ਉਹਨਾਂ ਨੂੰ ਡਿਸਕਸ ਕਰ ਲਈਦਾ, ਅਤੇ ਸਕ੍ਰਮ ਮਾਸਟਰ ਨੂੰ ਪੁੱਛ ਸਕਦੇ ਹਾਂ ਕੋਈ ਜੇ ਪ੍ਰੋਬਲਮ ਆ ਰਹੀ ਹੋਵੇ। ਅਤੇ ਇਸ ਤਰ੍ਹਾਂ ਜਸਟ ਹਰ ਰੋਜ਼ ਮੀਟਿੰਗ ਕਰਨੀ ਹੁੰਦੀ ਆ ਤਾਂ ਕਿ ਸਾਰਿਆਂ ਨੂੰ ਪਤਾ ਚੱਲਦਾ ਰਹੇ ਵੀ ਕਿਹੜਾ ਬੰਦਾ, ਜੇ ਕੋਈ ਪ੍ਰੋਬਲਮ ਆ ਰਹੀ ਆ ਤਾਂ ਕੋਈ ਹੈਲਪ ਕਰ ਸਕਦਾ ਮੇਬੀ। ਸਪ੍ਰਿੰਟ ਰਿਵਿਊ ਹੁੰਦੇ ਆ ਆਪਣੇ ਸਪ੍ਰਿੰਟ ਤੋਂ ਬਾਅਦ ਹੁੰਦੇ ਆ। ਉਹਨਾਂ ਨੂੰ ਆਪਾਂ ਡੈਮੋ ਵੀ ਕਹਿ ਸਕਦੇ ਹਾਂ ਕਿ ਜਿਹੜਾ ਕਸਟਮਰ ਆ ਜਾਂ ਕਲਾਇੰਟ ਆ, ਉਹਨੂੰ ਡੈਮੋ ਦੇ ਰਹੇ ਹਾਂ ਆਪਾਂ। ਜਿਹੜਾ ਸਪ੍ਰਿੰਟ ਦੇ ਅਚੀਵ ਕੀਤਾ ਉਹ ਕਲਾਇੰਟ ਦੇਖ ਸਕਦਾ ਕਿ ਇਹੀ ਆ ਜੋ ਉਹਨੇ ਇੰਟੈਂਸ਼ਨ ਸੀਗੀ, ਕਿ ਇਹੀ ਰਿਕੁਆਇਰਮੈਂਟ ਸੀਗੀਆਂ ਜਾਂ ਨਹੀਂ ਸੀਗੀਆਂ। ਅਤੇ ਆਪਣੀ ਹਾਂਜੀ, ਜੋ ਵੀ ਸਪ੍ਰਿੰਟ ਦੇ ਵਿੱਚ ਅਚੀਵਮੈਂਟਸ ਕੀਤੀਆਂ ਟੀਮ ਉਹਨਾਂ ਦਾ ਡੈਮੋ ਦਿੰਦੀ ਆ, ਅਤੇ ਜਿਹੜੇ ਸਟੇਕ ਹੋਲਡਰ ਨੇ, ਕਲਾਇੰਟ ਨੇ ਆਪਣੇ, ਉਹ ਚੈੱਕ ਕਰ ਸਕਦੇ ਨੇ ਪ੍ਰੋਡਕਟ ਨੂੰ ਅਤੇ ਫੀਡਬੈਕ ਪ੍ਰੋਵਾਈਡ ਕਰ ਦਿੰਦੇ ਨੇ ਕਿ ਸਹੀ ਜਾ ਰਹੇ ਹੋ ਜਾਂ ਨਹੀਂ। ਅਤੇ ਪ੍ਰੋਜੈਕਟ ਓਨਰ ਨੇ ਜਿਹੜੇ ਕਲੈਕਟ ਕਰਦੇ ਆ ਫਾਈਂਡਿੰਗਸ ਅਤੇ ਬੈਕਲੌਗਸ ਕ੍ਰੀਏਟ ਕਰਦੇ ਆ ਅਗੇਨ।
ਮੈਕਸ ਲੈਂਥ ਹੁੰਦੀ ਹੈ ਜਿਹੜੀ ਰਿਵਿਊ ਪ੍ਰੋਸੈਸ। ਜੇ ਮੰਨ ਲਓ ਆਪਣੀ 2 ਵੀਕ ਦੀ ਇੱਕ ਸਪ੍ਰਿੰਟ ਆ ਤਾਂ 2 ਆਵਰ ਦਾ ਰਿਵਿਊ ਹੋਊਗਾ, ਜਾਂ ਫਿਰ ਡੈਮੋ, ਸਪ੍ਰਿੰਟ ਰਿਵਿਊ ਜਾਂ ਡੈਮੋ ਜੋ ਵੀ ਕਹਿ ਸਕਦੇ ਆਪਾਂ। ਫਿਰ ਆਪਣਾ ਜਿਹੜਾ ਜੀ ਰੈਟਰੋਸਪੈਕਟਿਵ ਹੁੰਦਾ, ਇਹ 'ਚ ਕੀ ਹੁੰਦਾ ਕਿ ਆਪਾਂ ਨੇ ਸੈਲਫ ਅਸੈਸ ਕਰਨਾ ਹੁੰਦਾ ਕਿ ਟੀਮ ਦੀ ਪਰਫੋਰਮੈਂਸ ਕਿੱਦਾਂ ਰਹੀ, ਕਿ ਕਿੱਦਾਂ ਇਹਨੂੰ ਇੰਪਰੂਵ ਕਰ ਸਕਦੇ ਹਾਂ। ਬਸ ਬੇਸਿਕਲੀ ਇਹ ਕੁਐਸਚਨ ਹੁੰਦੇ ਆ ਕਿ ਕੀ ਠੀਕ ਗਿਆ ਅਤੇ ਕੀ ਠੀਕ ਹੋ ਸਕਦਾ ਸੀਗਾ ਜੋ ਓਨਾ ਠੀਕ ਨਹੀਂ ਗਿਆ। ਉੱਦਾਂ ਦੇ ਸਭ ਕੁਐਸਚਨ ਆਪਾਂ ਨੇ ਸੈਲਫ ਅਸੈਸ ਕਰਨਾ ਹੁੰਦਾ ਟੀਮ ਨੂੰ ਕਿ ਵਧੀਆ ਚੱਲ ਰਹੀ ਹੈ ਜਾਂ ਨਹੀਂ। ਅਗਲੀ ਸਪ੍ਰਿੰਟ ਦੇ ਵਿੱਚ ਆਪਾਂ ਨੇ ਡਿਸਾਈਡ ਕਰਨਾ ਹੁੰਦਾ ਕਿ ਜੇ ਕੁਛ ਬੈਟਰ ਹੋ ਸਕਦਾ। ਕਈ ਇਸ਼ੂਜ਼ ਹੁੰਦੇ ਨੇ, ਜਿੱਦਾਂ ਕਿ ਕੋਈ ਦੱਸ ਸਕਦਾ ਵੀ ਆਪਣਾ ਬਿਲਡ ਸਰਵਰ ਬੜਾ ਸਲੋ ਹੈ, ਇਹਨੂੰ ਤੇਜ਼ ਕਰ ਲਓ, ਮਾੜੀ ਮੋਟੀ ਹਾਰਡਵੇਅਰ ਚੇਂਜ ਕਰ ਲਓ, ਜਾਂ ਫਿਰ ਕੋਈ ਕਹਿ ਦੇਵੇ ਵੀ ਮੇਰਾ ਲੈਪਟਾਪ ਟੁੱਟ ਗਿਆ, ਨਵਾਂ ਲੈਪਟਾਪ ਲੈ ਕੇ ਦਿਓ। ਇਹ ਜੋਕ ਸੀਗਾ, ਬਟ ਇੱਦਾਂ ਦੇ ਆਪਣੇ ਜੋ ਵੀ ਇਸ਼ੂਜ਼ ਵਗੈਰਾ ਨੇ ਉਹ ਡਿਸਕਸ ਕਰ ਸਕਦੇ ਆ ਇਹਦੇ ਵਿੱਚ, ਰੈਟਰੋਸਪੈਕਟਿਵ ਦੇ ਵਿੱਚ। ਹੁਣ ਜਿਹੜੀ ਕਾਨਬਾਨ ਆ ਜੀ, ਇਹ ਇੱਕ ਹੋਰ ਐਜਾਈਲ ਮੈਥਡੋਲੋਜੀ ਆ, ਜਿੱਦਾਂ ਸਕਰਮ ਆ ਇੱਦਾਂ ਹੀ ਕੈਨਬੈਨ ਆ। ਅਤੇ ਇਹ ਫਿਲਹਾਲ ਆਪਾਂ ਹੋਲਡ ਕਰ ਲੈਂਦੇ ਹਾਂ, ਇਹਨੂੰ ਫਿਰ ਕਿਸੇ ਦਿਨ ਪੜ੍ਹਦੇ ਹਾਂ।